ਵੀਡੀਓ ਵਾਇਰਲ ਹੁੰਦੀ ਹੈ 5 ਪੁਲਿਸ ਅਫਸਰਾਂ ਦੇ ਨਹੀਂ 7 ਜਾਣੇ ਤਬਾਦਲੇ ਲਈ ਕਰਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਇੱਕ ਮੈਸੇਜ ਜਾਂਦਾ ਹੈ ਕਿ ਇੱਕ ਕੀ ਨੈਕਸਸ ਚੱਲ ਰਿਹਾ। ਇੱਕ ਤੁਸੀਂ ਵੀ ਇੱਕ ਬੜੀ ਸਖਤ ਚਿੱਠੀ ਲਿਖੀ ਸੀ ਮੁੱਖ ਮੰਤਰੀ ਭਗਵੰਤ ਮਾਨ ਨੂੰ, ਉਹ ਚਿੱਠੀ ਦਾ ਕੋਈ ਜਵਾਬ ਆਇਆ ਮੁੱਖ ਮੰਤਰੀ ਸਾਹਿਬ? ਹਰ ਕਮਿਸ਼ਨਰ ਨੂੰ ਰੋ ਰੋ ਕੇ ਪਿੱਟ ਕੇ ਮਰ ਜਾਈਦਾ ਵੀ ਆਹ ਹਾਲਾਤ ਆ, ਤੇਰਾ ਅਫਸਰ ਇਨਵੋਲਵ ਵੀ, ਇਹਨੂੰ ਬੰਦ ਕਰ ਲੈ, ਇਹਨੂੰ ਚੱਕ ਲਾ। ਨੋ ਬੜੀ ਕਿਹਾ ਇਹ ਪੁਲਿਸ ਸ਼ੁਰੂ ਤੋਂ ਇਹ ਇੱਕ ਆਮਦਨ ਦਾ ਸਾਧਨ ਹੈ, ਪੁਲਿਸ ਦਾ ਦੜਾ ਸੱਟਾ ਕਰਾਉਣਾ ਤੇ ਨਸ਼ਾ ਵਿਕਾਉਣਾ। ਮੈਂ ਦਾਅਵੇ ਨਾਲ ਤੁਹਾਨੂੰ ਇਹ ਕਹਿ ਰਿਹਾ, ਇਹ ਪੁਲਿਸ ਦੀ ਮਰਜ਼ੀ ਤੋਂ ਬਗੈਰ ਇੱਕ ਪੱਤਾ ਨਹੀਂ ਹਿੱਲ ਸਕਦਾ। ਅੱਜ ਇਹ ਕ੍ਰਾਈਮ ਦਾ ਜਿਹੜਾ ਆਮਦਨ ਹੈ ਨਾ, ਇਹਦੀ ਆਮਦਨ ਚੰਡੀਗੜ੍ਹ ਬੈਠੇ ਆਲਾ ਅਫਸਰਾਂ ਤੱਕ ਜਾਂਦੀ ਹੈ। ਤੁਹਾਡੇ ਕੋਲ ਇੰਟੈਲੀਜੈਂਸ ਹੈ, ਤੁਹਾਡੇ ਕੋਲ CID ਹੈ, ਇੱਕ ਮੈਂਬਰ ਪਾਰਲੀਮੈਂਟ ਤੁਹਾਨੂੰ ਚਿੱਠੀਆਂ ਲਿਖਦਾ, ਤੁਹਾਡੇ ਤੇ ਅਸਰ ਕੋਈ ਨਹੀਂ ਹੁੰਦਾ ਇਸ ਗੱਲ ਦਾ। ਉਹੀ SHO, ਉਹੀ DSP, ਉਹੀ SP, ਉਹੀ DCP ਸਾਰੇ ਉੱਥੇ ਘੁੰਮ ਕੇ ਕਿਉਂ ਆਉਂਦੇ ਨੇ? ਕੀ ਇੱਥੇ ਰੱਖਿਆ? ਜੇ ਨਾ ਲੱਭੂਗਾ ਫਿਰ CM ਸਾਹਿਬ ਦੀ ਕੋਠੀ ਦੇ ਬਾਹਰ ਮੂਹਰੇ ਬਹਿ ਕੇ ਦੱਸੂਗਾ ਵੀ ਕੌਣ ਹੈ। ਫਿਰ ਮੈਂ ਐਡੀ ਦੂਰੋਂ ਨਹੀਂ ਦੱਸਣਾ ਵੀ ਮੈਂ ਪ੍ਰੈਸ ਕਹਿ ਦੂੰਗਾ, ਫਿਰ ਤਾਂ ਕਿ ਸਾਰਾ ਪੰਜਾਬ ਦੇਖੇ। ਸਾਹਿਬ ਇਹਦਾ ਮਤਲਬ ਇਹ ਹੋ ਗਿਆ ਨਾ ਵੀ ਸਰਕਾਰ ਤਾਂ ਅਫਸਰ ਚਲਾ ਰਹੇ, ਤੁਸੀਂ ਤੇ ਨਾਂ ਦੇ ਹੀ ਨੁਮਾਇੰਦੇ ਹੋ ਗਏ ਨਾ। ਜਿਹੜਾ ਵੀ ਆਉਂਦਾ ਲੋਕ ਉਹਦੇ ਸਰਕਾਰ ਤੁਸੀਂ ਕਿਹਾ ਮੈਂ 2017 ਤੋਂ ਚਿੱਠੀਆਂ ਲਿਖ ਰਹੀਆਂ, ਫਿਰ ਸਰਕਾਰ ਤਾਂ ਅਫਸਰ ਚਲਾ ਰਹੇ। 100% ਇਹ 'ਚ ਕੋਈ ਦੋ ਰਾਏ ਨਹੀਂ ਹੈ। ਅੱਜ 1.5 ਸਾਲ ਇਹਨਾਂ ਨੂੰ ਬਣਿਆ ਨੂੰ ਹੋ ਗਿਆ। 1.5 ਸਾਲ ਦੇ ਵਿੱਚ ਰੱਤੀ ਪਰ ਫਰਕ ਨਹੀਂ ਅੰਮ੍ਰਿਤਸਰ 'ਚ ਹੋਇਆ, ਨਾ ਇਹਨਾਂ ਨਸ਼ਿਆਂ ਦਾ ਨਾ ਦੜਾ ਵਧਿਆ ਹੈ। 100% ਮਿੱਟੀ ਘੱਟਾ ਪੈਣਾ ਹੈ, ਕੁਛ ਨਹੀਂ ਹੋਣਾ ਇਹਦੇ 'ਚ। ਜਦੋਂ ਇੱਕ ਮਿੰਟ ਮੈਂ ਹੀ ਗੁਨਾਹਗਾਰ ਹਾਂ, ਮੈਂ ਇਨਕੁਆਇਰੀ ਕਰ ਰਿਹਾ ਤੇ ਮੈਂ ਬਚਾਉਂਗਾ ਨਹੀਂ ਉਹਨਾਂ ਨੂੰ ਜਿਹੜੇ ਮੇਰਾ ਘਰ ਭਰਦੇ। ਸਰਕਾਰ ਜੇ ਪੋਲੀਟੀਕਲ ਬੰਦਿਆਂ ਨੂੰ ਫੜ ਕੇ ਅੰਦਰ ਦੇ ਸਕਦੀ ਹੈ, ਸਰਕਾਰ ਜੇ ਪੋਲੀਟੀਕਲ ਬੰਦਿਆਂ ਦੇ ਉੱਤੇ ਇਹੋ ਜਿਹੇ ਕੇਸ ਰਜਿਸਟਰ ਕਰਦੀ ਜਿਹਦਾ ਕੋਈ ਸਿਰ ਮੂੰਹ ਵੀ ਨਹੀਂ ਹੈਗਾ, ਤੇ ਸਰਕਾਰ ਇੱਕ ਚਿੱਟੇ ਦਿਨ ਹੁੰਦਾ। ਮੈਂ ਦਾਅਵੇ ਨਾਲ ਕਹਿੰਦਾ ਕਿ ਮੈਂ ਹਰ ਕਮਿਸ਼ਨਰ ਨੂੰ ਬਾਈ ਨੇਮ ਬਾਈ ਮਿਲ ਕੇ ਵੀ ਰਿਕੁਐਸਟ ਕੀਤੀ, ਹੱਥ ਜੋੜ ਕੇ ਵੀ ਭਾਈ ਘੱਟੋ ਘੱਟ ਅਸੀਂ ਇਹਦੀ ਸ਼ਰਮ ਕਰ ਲਈਏ ਕਿ ਧਰਤੀ ਕਿਹੋ ਜਿਹੀ, ਕਿ ਜੇ ਤੁਹਾਨੂੰ ਨਹੀਂ ਪਤਾ ਤੇ ਮੈਨੂੰ ਰਿਟਨ ਕਹੋ ਵੀ ਤੁਸੀਂ ਗਲਤ ਇਲਜ਼ਾਮ ਲਾਉਂਦੇ, ਸਾਨੂੰ ਨਹੀਂ ਕੁਝ ਪਤਾ। ਮੈਂ ਦੇਣਾ ਤੁਹਾਨੂੰ ਤੁਸੀਂ ਕਿਹੜਾ ਅਫਸਰ ਕਿੰਨਾ ਚਿਰ ਕਿੱਥੇ ਉਹਦੇ ਨਾਲ ਬਹਿੰਦਾ, ਕੀ ਉਹਦੇ ਨਾਲ ਗੱਲਬਾਤ ਹੁੰਦੀ, ਕਿਹੜੀ ਗੱਡੀ 'ਚ ਕਿੱਦਾਂ ਜਾਂਦੇ ਆ, ਕਿਹਦੇ ਨਾਲ ਕਿੱਥੇ ਕਰਦੇ ਆ। ਅੰਮ੍ਰਿਤਸਰ ਦੇ ਵਿੱਚ ਕੁਝ ਦਿਨ ਪਹਿਲਾਂ ਕੁਝ ਪੁਲਿਸ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਜਾਂਦੇ ਨੇ। ਉਹ ਇੱਕ ਪਾਰਟੀ 'ਚ ਜਾਂਦੇ ਨੇ, ਉਸ ਪਾਰਟੀ ਦੇ ਵਿੱਚ ਇੱਕ ਗੈਂਗਸਟਰ ਤੇ ਦੜਾ ਸੱਟਾ ਕਾਰੋਬਾਰ ਦਾ ਆਰੋਪੀ ਵੀ ਉੱਥੇ ਮੌਜੂਦ ਹੁੰਦਾ ਹੈ। ਉਹਦੇ ਨਾਲ ਉਹ ਗਾਣੇ ਗਾਉਂਦੇ ਨੇ ਤੇ ਲੋਕਾਂ ਦੇ ਵਿੱਚ ਇੱਕ ਮੈਸੇਜ ਆਉਂਦਾ ਕਿ ਪੁਲਿਸ ਨੂੰ ਇਹ ਅਪਰਾਧੀ ਚਲਾ ਰਹੇ ਨੇ, ਪੁਲਿਸ ਤੇ ਅਪਰਾਧੀਆਂ ਦਾ ਜੇ ਗੱਠਜੋੜ ਹੋ ਜਾਏਗਾ ਤੇ ਫਿਰ ਆਖਰ ਲੋਕਾਂ ਨੂੰ ਇਨਸਾਫ ਕਿੱਥੋਂ ਮਿਲੇਗਾ। ਸਾਂਸਦ ਗੁਰਜੀਤ ਸਿੰਘ ਔਜਲਾ ਜਿਹੜੇ ਕਿ ਅੰਮ੍ਰਿਤਸਰ ਦੇ ਲੋਕ ਸਭਾ ਸਾਂਸਦ ਨੇ, ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਚਿੱਠੀ ਵੀ ਲਿਖੀ ਸੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਇਸ ਮਾਮਲੇ ਦੀ ਜਾਂਚ ED ਕੋਲੋਂ ਜਾਂ ਫਿਰ CBI ਕੋ ਕਰਾਈ ਜਾਏ, ਕਿਉਂਕਿ ਜਿਹੜੇ ਚੋਰ ਕੁੱਤੀ ਰਲ ਜਾਂਦੇ ਨੇ ਆਪਸ ਦੇ ਵਿੱਚ ਤੇ ਫਿਰ ਲੋਕਾਂ ਨੂੰ ਇਨਸਾਫ ਮਿਲਣਾ ਮੁਸ਼ਕਲ ਹੁੰਦਾ ਹੈ। ਆਸਾਨਾਂ ਨੇ ਸਾਂਸਦ ਗੁਰਜੀਤ ਸਿੰਘ ਔਜਲਾ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਔਜਲਾ ਸਾਹਿਬ ਸਤਿ ਸ਼੍ਰੀ ਅਕਾਲ, ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਔਜਲਾ ਸਾਹਿਬ ਸ਼ੁਕਰੀਆ ਜੀ। ਦੇਖੋ ਇੱਕ ਵੀਡੀਓ ਵਾਇਰਲ ਹੁੰਦੀ ਹੈ 5 ਪੁਲਿਸ ਅਫਸਰਾਂ ਦੇ ਨਹੀਂ 7 ਜਾਣੇ ਤਬਾਦਲੇ ਕਰਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਇੱਕ ਮੈਸੇਜ ਜਾਂਦਾ ਹੈ ਕਿ ਇੱਕ ਕੀ ਨੈਕਸਸ ਚੱਲ ਰਿਹਾ। ਤੁਸੀਂ ਵੀ ਇੱਕ ਬੜੀ ਸਖਤ ਚਿੱਠੀ ਲਿਖੀ ਸੀ ਮੁੱਖ ਮੰਤਰੀ ਭਗਵੰਤ ਮਾਨ ਨੂੰ, ਉਹ ਚਿੱਠੀ ਦਾ ਕੋਈ ਜਵਾਬ ਆਇਆ ਹੈ ਮੁੱਖ ਮੰਤਰੀ ਸਾਹਿਬ ਦਾ ਜਾਂ DGP ਸਾਹਿਬ ਦਾ? ਲੋਕ ਇਸ ਵੇਲੇ ਜਾਣਨਾ ਚਾਹ ਰਹੇ ਨੇ। ਕੱਲ ਵੀ ਇੱਕ MLA ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਨੇ ਵੀ ਇਹ ਆਖਿਆ ਹੈ, ਉਹਨਾਂ ਨੇ ਕੋਟ ਕੀਤਾ ਹੈ ਵੀ ਭਾਵੇਂ ਸਰਕਾਰ ਸਾਡੀ ਹੈ ਪਰ ਜਦੋਂ ਚੋਰ ਕੁੱਤੀ ਰਲ ਜਾਂਦੇ ਨੇ ਤੇ ਫਿਰ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ। ਦੇਖੋ ਦੀਪਕ ਜੀ, ਇਹ ਨਾ ਇੱਕ ਬੜੀ ਪੁਰਾਣੀ ਸਮੱਸਿਆ ਆ, ਇਹ 10-15 ਸਾਲ ਪੁਰਾਣੀ ਸਮੱਸਿਆ, ਅੱਜ ਦੀ ਸਮੱਸਿਆ ਨਹੀਂ ਹੈਗੀ ਜੀ। ਔਰ ਇਹ ਸਭ ਤੋਂ ਵੱਧ ਇਸ ਵੇਲੇ ਜੇ ਨੁਕਸਾਨ ਪਹੁੰਚਾ ਰਹੀ ਹੈ ਉਹ ਗਰੀਬ ਤਬਕੇ ਦੇ ਲੋਕ, ਜਿਹੜੇ ਸ਼ਡਿਊਲ ਕਾਸਟ ਛੋਟੇ ਪਰਿਵਾਰ ਨੇ, ਉਹਨਾਂ ਦੇ ਬੱਚਿਆਂ ਦਾ ਰੁਝਾਨ ਇਹਦੇ 'ਚ ਤਬਦੀਲ ਹੁੰਦਾ ਹੈ। ਫਿਰ ਉਸ ਤੋਂ ਬਾਅਦ ਉਹ ਕ੍ਰਾਈਮ ਕਰਦੇ ਨੇ, ਫਿਰ ਉਹ ਹੌਲੀ ਜਿਹੜੇ ਅੱਜ ਜਿਵੇਂ ਤੁਸੀਂ ਸਮਝ ਲਓ ਕਿ 20 ਸਾਲ ਦਾ ਬੱਚਾ ਕੋਈ ਅੱਜ ਚੇਨੀਆਂ ਲਾ ਰਿਹਾ ਜਾਂ ਕੋਈ ਨਸ਼ੇ ਕਰ ਰਿਹਾ, ਉਹਦੀ ਪੁਸ਼ਤ ਪਨਾਹੀ ਇਸ ਸਿਸਟਮ ਨੇ ਅੱਜ ਤੋਂ 10 ਸਾਲ ਪਹਿਲਾਂ ਕੀਤੀ ਹੈ ਤੇ ਅੱਜ ਆ ਕੇ ਉਹ ਚੇਨੀਆਂ ਲਾਉਣ ਜੋਗਾ ਹੋਇਆ ਤੇ ਅੱਜ ਆ ਕੇ ਉਹ ਛੁਰੀ ਮਾਰ ਕਰਨ ਜੋਗਾ ਜਾਂ ਗੈਂਗਸਟਰ ਬਣ ਕੇ ਜਾਂ ਕੁਛ ਇਹੋ ਜਿਹੇ ਧੰਦਿਆਂ ਦੇ ਵਿੱਚ ਉਹ ਇਨਵੋਲਵ ਹੋਇਆ। ਮੈਂ ਦੂਸਰਾ ਇੱਕੋ ਸਮੁਦਾਇ ਨਹੀਂ ਔਜਲਾ ਸਾਹਿਬ, ਮੇਰਾ ਖਿਆਲ ਇੱਕੋ ਸਮੁਦਾਇ ਨਹੀਂ, ਹਰ ਸਮੁਦਾਇ ਮੈਂ ਤਾਂ ਕਹਿੰਦਾ ਕਿ ਗਰੀਬ ਸਮੁਦਾਇ ਇਹਦੇ 'ਚ ਜ਼ਿਆਦਾ, ਜਿਸ ਗਰੀਬ 'ਚ ਜ਼ਿਆਦਾ ਤਾਦਾਦ ਐਸੀ ਭਾਈਚਾਰੇ ਦੀ ਸਾਡੀ ਹੈਗੀ ਹੈ, ਉਹਨਾਂ ਦੇ ਸਮੁਦਾਇ ਨੂੰ ਜ਼ਿਆਦਾ ਟਾਰਗੇਟ, ਉੱਥੋਂ ਵਿਚਾਰੇ ਜ਼ਿਆਦਾ ਇਸ ਕੰਮ 'ਚ ਜਕੜੇ ਜਾਂ ਪੀੜਤ ਜਾਂਦੇ ਨੇ। ਕਿਉਂਕਿ ਜਦੋਂ ਉੱਥੇ ਬੱਚਾ ਪੈਦਾ ਹੁੰਦਾ, ਜਦੋਂ ਉਹਦੇ ਆਲੇ ਦੁਆਲੇ ਦੜੇ ਸੱਟੇ ਦੀਆਂ ਦੁਕਾਨਾਂ ਖੁੱਲ੍ਹਦੀਆਂ, 10-10 ਰੁਪਏ ਦੀਆਂ ਉਹ ਸੱਟੇ ਲਾਉਂਦਾ ਆ, ਫਿਰ ਉਸ ਤੋਂ ਬਾਅਦ ਉਹ ਵੱਡੇ ਸੱਟੇ 'ਚ ਇਨਵੋਲਵ ਹੁੰਦਾ ਹੈ, ਫਿਰ ਉਹਦੀ ਜਦੋਂ ਝਗੜੇ ਹੁੰਦੇ ਨੇ, ਲੜਾਈਆਂ ਹੁੰਦੀਆਂ ਨੇ, ਫਿਰ ਉਹ 'ਚ ਇਨਵੋਲਵ ਹੁੰਦਾ ਹੈ। ਤੇ ਪੁਲਿਸ ਸ਼ੁਰੂ ਤੋਂ ਇਹ ਇੱਕ ਆਮਦਨ ਦਾ ਸਾਧਨ ਹੈ, ਪੁਲਿਸ ਦਾ ਦੜਾ ਸੱਟਾ ਕਰਾਉਣਾ ਤੇ ਨਸ਼ਾ ਵਿਕਾਉਣਾ। ਮੈਂ ਦਾਅਵੇ ਨਾਲ ਤੁਹਾਨੂੰ ਇਹ ਕਹਿ ਰਿਹਾ, ਇਹ ਪੁਲਿਸ ਦੀ ਮਰਜ਼ੀ ਤੋਂ ਬਗੈਰ ਇੱਕ ਪੱਤਾ ਨਹੀਂ ਹਿੱਲ ਸਕਦਾ। ਤੁਸੀਂ ਬੜੀ ਵੱਡੀ ਗੱਲ ਕਹਿ ਰਹੇ ਹੋ ਵੀ ਦੜਾ ਸੱਟਾ ਵੀ ਪੁਲਿਸ ਦੀ ਮਰਜ਼ੀ ਨਾਲ ਚੱਲ ਰਿਹਾ ਤੇ ਜਿੰਨਾ ਨਸ਼ਾ ਵਿਕ ਰਿਹਾ ਉਹ ਵੀ ਪੁਲਿਸ ਦੀ ਮਰਜ਼ੀ ਨਾਲ ਵਿਕ ਰਿਹਾ। ਮੈਂ ਅੱਜ ਪਹਿਲੇ ਦਿਨ ਨਹੀਂ ਕਹਿ ਰਿਹਾ, ਮੈਂ ਆਪਣੀ ਸਰਕਾਰ 'ਚ ਵੀ ਕਿਹਾ ਸੀ, ਜਦੋਂ ਮੇਰੀ ਸਰਕਾਰ ਸੀ ਮੈਂ ਉਦੋਂ ਵੀ ਇਹ ਗੱਲ ਕਰਦਾ ਸਾਂ
ਮੈਂ ਉਸ ਤੋਂ ਬਾਅਦ ਨਿਰੰਤਰ ਚਿੱਠੀਆਂ ਲਿਖ ਰਿਹਾ, ਅੱਜ ਨਹੀਂ ਲਿਖ ਰਿਹਾ। ਜਦੋਂ ਸਰਕਾਰ ਪੁਲਿਸ ਕੀ ਕਰਦੀ ਸੀ ਕਿ ਦਬਾਅ ਹੈ ਜੀ ਪੋਲੀਟੀਕਲ ਬੰਦੇ ਦਾ, ਆਮ ਇਹੀ ਚਰਚਾ ਹੁੰਦੀ ਕਿ ਪੋਲੀਟੀਕਲ ਬੰਦਾ ਕਰਵਾ ਰਿਹਾ। ਜਦੋਂ ਸਰਕਾਰ 'ਚ ਵੋਟਾਂ ਪਈਆਂ 1 ਮਹੀਨਾ ਸੀ, ਮੈਂ ਕਿਹਾ ਜੀ ਨਾ ਤੇ ਹੁਣ ਕੋਈ ਪੋਲੀਟੀਕਲ ਬੰਦੇ ਦੀ ਸਰਕਾਰ ਆ, ਨਾ ਪਤਾ ਨਹੀਂ ਸਰਕਾਰ ਕਿਹਦੀ ਬਣਨੀ ਆ ਜੀ। ਇਸ ਵੇਲੇ ਡੀਜੀਪੀ ਸਾਹਿਬ ਤੁਸੀਂ ਇਹਨੂੰ ਬੰਦ ਕਰ ਸਕਦੇ ਜੀ। ਮੈਂ ਉਦੋਂ ਚਿੱਠੀ ਲਿਖੀ ਸੀ, ਜਿੱਦਣ ਇਲੈਕਸ਼ਨ ਮੁੱਕੀ ਮੈਂ 2 ਦਿਨ ਬਾਅਦ ਚਿੱਠੀ ਲਿਖੀ ਸੀ ਕਿ ਅਗਲਾ ਸਮਾਂ ਤੁਹਾਡੇ ਕੋਲ ਡੀਜੀਪੀ ਸਾਹਿਬ ਮਹੀਨਾ 1 ਮਹੀਨੇ ਦੇ ਵਿੱਚ ਹੀ ਬੰਦ ਕਰਕੇ ਇਹਨੂੰ ਵਿਖਾ ਦਿਓ। ਹੁਣ ਤੱਕ ਪੋਲੀਟੀਕਲ ਬੰਦਾ ਨਹੀਂ, ਕੋਈ ਡੀਜੀਪੀ ਸਾਹਿਬ ਦਾ ਜਵਾਬ ਆਇਆ ਸੀ ਤੁਹਾਨੂੰ? ਕਦੀ ਕਿਸੇ ਦਾ ਜਵਾਬ ਨਹੀਂ ਆਉਂਦਾ। ਜਵਾਬ ਦੇਣਗੇ ਤੇ ਫਸਣਗੇ ਨਾ, ਫਿਰ ਉਹਨਾਂ ਨੂੰ ਮੈਂ ਅਗਲੀ ਚਿੱਠੀ ਲਿਖੂੰਗਾ। ਫਿਰ ਨਹੀਂ ਉਹ ਤੇ ਦੇਖੋ ਅੱਜ ਇਹ ਕ੍ਰਾਈਮ ਦਾ ਜਿਹੜਾ ਆਮਦਨ ਹੈ ਨਾ, ਇਹਦੀ ਆਮਦਨ ਚੰਡੀਗੜ੍ਹ ਬੈਠੇ ਆਲਾ ਅਫਸਰਾਂ ਤੱਕ ਜਾਂਦੀ ਹੈ। ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਹਾਡੇ ਤੱਕ ਆਉਂਦੀ ਹੈ, ਇਹ ਗੱਲ ਮੇਰੀ ਨੋਟ ਕਰੋ। ਜੇ ਨਾ ਆਉਂਦੀ ਹੋਵੇ, ਤੁਹਾਡੇ ਕੋਲ ਇੰਟੈਲੀਜੈਂਸ ਹੈ, ਤੁਹਾਡੇ ਕੋਲ CID ਹੈ, ਇੱਕ ਮੈਂਬਰ ਪਾਰਲੀਮੈਂਟ ਤੁਹਾਨੂੰ ਚਿੱਠੀਆਂ ਲਿਖਦਾ, ਤੁਹਾਡੇ ਤੇ ਅਸਰ ਕੋਈ ਨਹੀਂ ਹੁੰਦਾ ਇਸ ਗੱਲ ਦਾ ਵੀ ਥੱਲੇ ਕੀ ਹੋ ਰਿਹਾ। ਲੋਕ ਸਾਡੇ ਕੋਲ ਆ ਕੇ ਰੋਂਦੇ ਨੇ, ਜਿਨ੍ਹਾਂ ਦੇ ਬੱਚੇ ਇਸ 'ਚ ਇਨਵੋਲਵ ਨੇ, ਜਿਨ੍ਹਾਂ ਦੇ ਬੱਚੇ ਮਰਨ ਡਏ ਨੇ, ਉਹ ਸਾਡੇ ਕੋਲ ਆ ਕੇ ਰੋਂਦੇ ਨੇ। ਜੇ ਤੁਸੀਂ ਇਨਵੋਲਵ ਨਹੀਂ, ਤੁਹਾਡੇ ਕਮਿਸ਼ਨਰ ਨੂੰ ਕਹੋ ਉਹਦੇ ਸੇ ਅਸਰ ਕੋਈ ਨਹੀਂ, ਤੁਹਾਡੇ DCP ਨੂੰ ਕਹੋ ਉੱਤੇ ਅਸਰ ਕੋਈ ਨਹੀਂ। ਕੀ ਹੋ ਰਿਹਾ ਹੈ? ਮੈਂ ਤਾਂ CM ਸਾਹਿਬ ਨੂੰ ਤਦ ਕਿਹਾ ਸੀ ਕਿ 2017 ਤੋਂ ਜਦੋਂ ਮੈਂ ਮੈਂਬਰ ਪਾਰਲੀਮੈਂਟ ਹੈ, ਤੁਸੀਂ ਉੱਥੋਂ ਲੈ ਕੇ ਅੱਜ ਤੱਕ ਦੇ ਕਮਿਸ਼ਨਰ ਪੁਲਿਸ ਨੂੰ ਮੇਰੇ ਸਾਹਮਣੇ ਬਿਠਾਓ, ਸਾਰਿਆਂ ਨੂੰ ਇੱਕ ਮੀਡੀਆ ਟ੍ਰਾਇਲ ਕਰਾਓ, ਲਾਈਵ ਚੱਲੇ ਸਾਰੇ ਪੁਲਿਸ ਪੂਰਾ ਦਾ ਪੂਰਾ। ਮੈਂ ਕਮਿਸ਼ਨਰ ਨੂੰ ਕਹਿ ਰਿਹਾ, ਮੈਂ ਸਿਰਫ ਪੁਲਿਸ ਕਮਿਸ਼ਨਰ ਦੀ ਗੱਲ ਕਰ ਰਿਹਾ ਜੀ। ਤੇ ਉਦੋਂ ਤੇ DGP ਵੀ ਬਿਠਾ ਲਓਗੇ ਤੇ ਕੋਈ ਮੈਨੂੰ ਕੋਈ ਕਹਿਣ ਚ ਹਰਜ ਨਹੀਂ, DGP ਬਹਿ ਜਾਣ। ਮੈਂ ਹਰ ਇੱਕ ਨੂੰ ਉਦੋਂ ਕਿਹਾ, ਮੈਂ ਕਿਹਾ ਦੇਖੋ ਗੱਲ ਇਹ ਹੈ, ਅਸੀਂ ਬਣੇ ਆ ਸਮਾਜ ਨੂੰ ਤਰੱਕੀ ਦੇਣ ਵਾਸਤੇ ਜੀ। ਜਿੰਨਾ ਹੱਕ ਇੱਕ ਚੰਗੇ ਪਰਿਵਾਰ ਦਾ ਇੱਥੇ ਗਰੋਥ ਕਰਨ ਦਾ ਆ, ਉਹਨਾਂ ਹੱਕ ਇੱਕ ਗਰੀਬ ਪਰਿਵਾਰ ਦਾ ਵੀ ਗਰੋਥ ਕਰਨ ਦਾ ਜੀ। ਜੇ ਉਹਦੀ ਜਨਰੇਸ਼ਨ ਖਾਧੀ ਜਾ ਰਹੀ ਹੈ ਤੇ ਬਚਾਉਣੀ ਕਿੰਨੇ ਆ? ਸਾਡੀ ਜ਼ਿੰਮੇਵਾਰੀ ਬਣਦੀ ਆ। ਉਹਦੇ ਬੱਚਿਆਂ ਨੂੰ ਬਚਾਉਣਾ ਕਿੰਨੇ ਆ? ਸਾਡੀ ਜ਼ਿੰਮੇਵਾਰੀ ਬਣਦੀ ਆ। ਪਰ ਮੈਂ ਅਜੇ ਤੱਕ ਮੈਂ ਫੇਰ ਅੱਜ ਕਹਿਣਾ ਕਿ 2017 ਤੋਂ ਮੈਂ ਬਾਅਦ ਪਿੱਛੇ ਦੀ ਗੱਲ ਨਹੀਂ ਕਰਦਾ, ਪਿੱਛੇ ਵੀ ਸਾਡਾ ਸੰਘਰਸ਼ ਰਿਹਾ ਵੀ ਮੈਂਬਰ ਪਾਰਲੀਮੈਂਟ ਤੋਂ ਬਾਅਦ ਜਦੋਂ ਦੇ ਕਮਿਸ਼ਨਰ ਪੁਲਿਸ ਇੱਥੇ ਲੱਗੇ ਆ, ਭਾਵੇਂ ਕੋਈ ਰਿਟਾਇਰ ਹੋ ਗਿਆ, ਉਹਨੂੰ ਬਿਠਾ ਕੇ ਸਾਹਮਣੇ ਸਾਰਾ ਮੀਡੀਆ ਸਾਹਮਣੇ ਬਿਠਾਓ ਤੇ CM ਭਗਵੰਤ ਸਾਹਮਣੇ ਬਹਿ ਜਾਣ ਸਾਡੇ ਮਾਨ ਸਾਹਿਬ ਤੇ ਫੈਸਲਾ ਉਹ ਕਰ ਦੇਣ ਵੀ ਕੀ ਹੋਇਆ, ਤੇ ਮੈਂ ਦੱਸੂਗਾ ਵੀ ਕੀ ਹੋਇਆ ਤੇ ਕਿੰਨੀ ਵਾਰੀ ਇਹਨਾਂ ਨੂੰ ਕਿਹਾ, ਕਿੰਨੇ ਮੈਸੇਜ ਮੇਰੇ ਕੋਲ ਨੇ, ਕਿੰਨੀਆਂ ਈਮੇਲ ਮੇਰੇ ਕੋਲ ਨੇ, ਮੈਂ ਸਾਰੀਆਂ ਚੀਜ਼ਾਂ ਇਹਨਾਂ ਦਾ ਚਿੱਟਾ ਖੋਲ ਲੂੰਗਾ। ਅੱਛਾ, ਫਿਰ ਔਜਲਾ ਸਾਹਿਬ ਇਹਦਾ ਮਤਲਬ ਹੈ ਕਿ ਪੁਲਿਸ ਇਹਨਾਂ ਅਪਰਾਧੀਆਂ ਨੂੰ ਸ਼ੈਲਟਰ ਦੇ ਰਹੀ ਹੈ 100% ਇੱਕ ਸਮਾਨਾਂਤਰ। ਫਿਰ ਤਾਂ ਇਹ ਔਜਲਾ ਸਾਹਿਬ ਹੋਰ ਖਤਰਨਾਕ ਹੈ। ਸਮਾਨਾਂਤਰ ਇੱਕ ਸਰਕਾਰ ਚੱਲ ਰਹੀ ਹੈ, ਸਮਾਨਾਂਤਰ ਇੱਕ ਕੋਟਾਂ, ਇੱਕ ਅਦਾਲਤਾਂ ਵੀ ਸਮਾਨਾਂਤਰ ਹੋ ਗਈਆਂ ਨਾ ਜੀ। ਲੋਕ ਕਿੱਥੇ ਜਾਣਗੇ ਜਦੋਂ ਪੁਲਿਸ ਨੇ ਸੁਣਨਾ ਹੀ ਨਹੀਂ? ਦੇਖੋ ਗੱਲ ਇਹ ਹੈ, ਇਹ ਇੱਕ ਆਮਦਨ ਦਾ ਸੌਖਾ ਤੇ ਜਦੋਂ ਪੁਲਿਸ ਜਿਹਦੇ ਕੋਲ ਤੁਸੀਂ ਜਾਣਾ, ਜਦੋਂ ਉਹ ਤੁਹਾਨੂੰ ਪੈਟਰੇਟ ਕਰੇਗੀ, ਜਦੋਂ ਉਹ ਤੁਹਾਨੂੰ ਸੁਰੱਖਿਅਤ ਦੇਊਗੀ, ਸੁਰੱਖਿਆ ਦੇਊਗੀ, ਤੇ ਕੁਦਰਤੀ ਗੱਲ ਹੈ ਕਿ ਉਹਦੇ 'ਚ ਉਹ ਬੰਦਾ ਸੌਖੀ ਆਮਦਨ ਉਹਨੂੰ ਹੁੰਦੀ ਹੈ ਤੇ ਉਹ ਸੌਖੀ ਆਮਦਨ ਆਪਣੀ ਵਾਸਤੇ ਉਹ ਵੀ ਆਪਣਾ ਫਿਰ ਜਿਹੜਾ ਉਹਦਾ ਤਰੀਕਾਕਾਰ ਇਹਦੇ 'ਚ ਬਣਦਾ ਆ, ਚਾਹੇ ਉਹ ਗੈਂਗਸਟਰ ਬਣੇ, ਚਾਹੇ ਉਹ ਬਦਮਾਸ਼ ਬਣੇ, ਜਾਂ ਉਹ ਪੁਲਿਸ ਦੇ ਨਾਲ ਰਲ ਕੇ ਇਹਨੂੰ ਵਾਈਟ ਕਾਲਰ ਦੀ ਤਰ੍ਹਾਂ ਚਲਾਵੇ, ਗਲੋਰੀਫਾਈ ਕਰਦਾ ਨਾ, ਗਲੋਰੀਫਾਈ ਕਰਦੀ ਪੁਲਿਸ। ਦੇਖੋ ਅੱਜ ਉਹੀ SHO, ਉਹੀ DSP, ਉਹੀ SP, ਉਹੀ DCP ਸਾਰੇ ਉੱਥੇ ਘੁੰਮ ਕੇ ਕਿਉਂ ਆਉਂਦੇ ਨੇ? ਕੀ ਇੱਥੇ ਰੱਖਿਆ? ਸਭ ਤੋਂ ਮਹਿੰਗੀ ਔਖੀ ਜੌਬ ਹੈ SHO ਦੀ, ਸੌਖੀ ਜੌਬ ਨਹੀਂ ਗਈ। ਮੈਂ ਵੀ ਕਹਿੰਦਾ ਹੁੰਦਾ CM ਨੂੰ ਕਿ ਜਿੰਨੀ ਜੌਬ ਦੀ ਤਨਖਾਹ ਬਣਦੀ ਉਹਨੂੰ ਟ੍ਰਿਪਲ ਤਨਖਾਹ ਕਰ ਦਿਓ ਤਾਂ ਕਿ ਇਹ ਲੋਕ ਇੱਧਰ ਧਿਆਨ ਨਾ ਦੇਣ। ਮਤਲਬ ਜਿਹੜਾ 2 ਨੰਬਰ ਦਾ ਕੰਮ ਕਰਾ ਕੇ ਪੈਸੇ ਲੈਂਦੇ ਨੇ, ਨਾ ਦੇਣ ਇਸ ਬੰਨੇ ਵੱਲ ਧਿਆਨ ਜੀ। ਅੱਜ ਅੰਮ੍ਰਿਤਸਰ ਦੇ ਵਿੱਚ ਦੇਖੋ ਕਿਹੜੀ ਆਬਾਦੀ ਆ ਜਿੱਥੇ ਦੜੇ ਸੱਟੀ ਦੀਆਂ ਦੁਕਾਨਾਂ ਨਹੀਂ, ਕਿਹੜੀ ਆਬਾਦੀ ਆ ਜਿੱਥੇ ਚਿੱਟੇ ਦਿਨ ਚਿੱਟਾ ਨਹੀਂ ਵਿਕਦਾ, ਸਿੰਥੈਟਿਕ ਡਰੱਗ ਨਹੀਂ ਵਿਕਦਾ, ਕਿਹੜੀ ਆਬਾਦੀ ਮੈਨੂੰ ਇੱਕ ਦੱਸ ਦਿਓ। ਮੈਂ ਗਰੀਬ ਤਬਕੇ ਦੀ ਫੇਰ ਗੱਲ ਕਹਿਣਾ ਵਾ, ਮੈਂ ਕੋਈ ਜਿਹਦੇ ਕੋਲ ਪੈਸੇ ਆ, ਚਲੋ ਉਹਦਾ ਧੀ ਪੁੱਤ ਦੀ ਵੀ ਸੁਰੱਖਿਆ ਕਰਨਾ ਸਾਡਾ ਜ਼ਿੰਮੇਵਾਰੀ ਹੈ, ਪਰ ਉਹ ਕਿਤੇ ਨਾ ਕਿਤੇ ਆਪਣੇ ਧੀ ਪੁੱਤ ਨੂੰ ਸੱਜੇ ਖੱਬੇ ਕਰ ਜਾਂਦਾ ਹੈ। ਪਰ ਗਰੀਬ ਕਿਤੇ ਜਿੰਨੇ ਅੱਜ ਆਪ ਸਵੇਰੇ ਦਿਹਾੜੀ ਚਲੇ ਜਾਣਾ, ਸ਼ਾਮ ਨੂੰ ਆਉਣਾ, ਜਾਂ ਕਿਸੇ ਨੇ ਸਕਿੱਲ ਵਰਕਰ ਤੇ ਜਾਂਦਾ ਹੈ, ਜਾਂ ਕੋਈ ਮਜ਼ਦੂਰ ਹੈ, ਉਹਦੇ ਬੱਚਾ ਵਿਚਾਰਾ ਉੱਥੇ ਪੜ੍ਹਨਾ ਮਹੱਲੇ 'ਚ, ਉਹਨੇ ਜਿਹੜਾ ਮਹੱਲੇ ਦੇ ਵਿੱਚ ਵੇਖੋ 10 ਦੀ ਪਰਚੀ ਲੱਗਦੀ ਹੈ, 20 ਰੁਪਈਆਂ ਦੀ ਗੁੱਥੀ ਮਿਲ ਜਾਂਦੀ ਸ਼ਰਾਬ ਦੀ ਪੀਣ ਦੀ, 50 ਰੁਪਈਆਂ ਦਾ ਚਿੱਟਾ ਮਿਲ ਜਾਂਦਾ। ਤੁਸੀਂ MP ਹੋ ਅੰਮ੍ਰਿਤਸਰ ਦੇ, ਗੁਰੂ ਨਗਰੀ ਦੇ ਤੁਸੀਂ MP ਹੋ। ਇੱਕ MP ਵਾਰ-ਵਾਰ ਚਿੱਠੀਆਂ ਲਿਖ ਰਿਹਾ ਹੈ, MP ਦੱਸ ਰਿਹਾ ਵੀ ਪੁਲਿਸ ਸੰਰਕਸ਼ਣ ਦੇ ਰਹੀ ਹੈ ਅਪਰਾਧੀਆਂ ਨੂੰ, ਪੁਲਿਸ ਸੰਰਕਸ਼ਣ ਦੇ ਦਿੰਦੀ ਹੈ ਗੈਂਗਸਟਰਾਂ ਨੂੰ, ਪੁਲਿਸ ਸੰਰਕਸ਼ਣ ਦੇ ਦਿੰਦੀ ਹੈ ਦਲਾ ਸੱਟਾ ਕਾਰੋਬਾਰੀਆਂ ਨੂੰ। ਇੱਕ MP ਦੀ ਸੁਣਵਾਈ ਨਹੀਂ ਹੋ ਰਹੀ ਮੈਂਬਰ ਪਾਰਲੀਮੈਂਟ ਦੀ, ਤੇ ਆਮ ਬੰਦਾ ਕਿੱਥੇ ਜਾ ਕੇ ਟੱਕਰਾਂ ਮਾਰੇਗਾ? ਮੈਂ ਤੁਹਾਨੂੰ ਕੀ ਕਹਿ ਰਿਹਾ? ਮੈਂ ਕੋਈ ਝੂਠ ਮਾਰ ਰਿਹਾ? ਮੈਂ ਕੋਈ ਗਲਤ ਗੱਲ, ਮੈਂ ਤੇ ਜਾਂ ਕੋਈ ਚੀਜ਼ ਛੁਪਾ ਰਿਹਾ? ਮੈਨੂੰ ਦੱਸੋ। ਇਹ ਨਹੀਂ, ਜੇ ਮੈਂ ਕਹਿ ਦੂੰਗਾ ਮੇਰੀ ਸੁਣਵਾਈ ਹੋਈ ਤਾਂ ਕੱਲ ਨੂੰ ਲੋਕੀ ਮੈਨੂੰ ਘੇਰਨਗੇ ਵੀ ਤੂੰ ਕਿੱਥੇ ਸਾਂ ਬਈ, ਤੂੰ ਕਹਿਣਗੇ ਮੇਰਾ ਆਪਣਾ ਗਮਟਾਲਾ ਪਿੰਡ ਹੀ ਹੈ ਜੀ, ਜਿੱਥੇ ਤਾਂ ਮੈਂ ਜੰਮ ਪਲਿਆ, ਮੇਰੇ ਕੋਲ ਤੇ ਉੱਥੇ ਨਹੀਂ ਬੰਦ ਹੋ ਸਕਿਆ। ਪੁਲਿਸ ਮੇਰੇ ਆਖੇ ਇਹ ਨਹੀਂ ਲੱਗ ਸਕੀ ਕਿ ਉੱਥੇ ਦੜੇ ਸੱਟੀ ਦੀਆਂ ਦੁਕਾਨਾਂ ਖੁੱਲਦੀਆਂ, ਆ ਮਾਲ ਪਿੰਡ ਹੈ ਇੱਥੇ ਖੁੱਲਦੀਆਂ ਨੇ। ਮੇਰੇ ਚਾਰਜ ਫਿਰ ਇਹੀ ਗੱਲ ਹੈ, ਹਰ ਕਮਿਸ਼ਨਰ ਨੂੰ ਰੋ ਕੇ ਪਿੱਟ ਕੇ ਮਰ ਜਾਈਦਾ ਵੀ ਆਹ ਹਾਲਾਤ ਆ, ਤੇਰਾ ਅਫਸਰ ਇਨਵੋਲਵ ਵੀ, ਇਹਨੂੰ ਬੰਦ ਕਰ ਲੈ, ਇਹਨੂੰ ਚੱਕ ਲਾ। ਨੋਬਡੀ ਕੇਅਰ। ਤੁਸੀਂ ਕਿਉਂਕਿ ਵੇਖੋ ਉਹਦੀ ਸੁਰੱਖਿਆ ਵੇਖੋ, ਮੈਂ ਜਦੋਂ ਸ਼ਿਕਾਇਤ ਕਰਨੀ ਹੈ ਪੁਲਿਸ ਕਮਿਸ਼ਨਰ ਨੂੰ ਜਾਂ DCP ਜਾਂ SP ਨੂੰ, ਕਿੱਥੇ ਬੁਲਾਉਣਾ ਹੈ?
ਮੈਂ ਡੀਜੀਪੀ ਕੋ ਚੀਫ ਸੈਕਟਰੀ ਕੋ ਬੁਲਾਉਂਗਾ ਨਾ। ਤੇ ਜਦੋਂ ਇਹਨਾਂ ਨੂੰ ਪਤਾ ਹੈ ਵੀ ਉੱਥੇ ਕੁਝ ਹੋਣਾ ਹੀ ਨਹੀਂ, ਕਿਉਂਕਿ ਇਹ ਹੋ ਸਕਦਾ ਕਿ ਤਾਰਾ ਉੱਥੋਂ ਤੱਕ ਜੁੜਨ। ਹੁਣ ਰਾਜੀਤ ਹੈ, ਰਾਜੀਤ ਦੀਆਂ ਤਾਰਾਂ ਕਿੱਥੋਂ ਤੱਕ ਜੁੜੀਆਂ ਨੇ ਜੀ, ਉਹ ਰਾਜੀਤ ਲੱਭ ਨਹੀਂ ਰਿਹਾ। ਜੇ ਉੱਤੇ ਨਾ ਹੁੰਦੀਆਂ ਤਾਂ ਅੱਜ ਉਹ ਰਾਜੀਤ ਢਾਇਆ ਹੋਣਾ ਸੀ ਕਿਤੇ ਨਾ ਕਿਤੇ। ਅੱਛਾ ਔਜਲਾ ਸਾਹਿਬ, ਰਾਜੀਤ ਦੇ ਤੁਸੀਂ ਇੱਕ ਟਵੀਟ ਕੀਤਾ ਹੈ ਸੀਐਮ ਸਾਹਿਬ ਨੂੰ, ਜਿਹਦੇ 'ਚ ਤੁਸੀਂ ਲਿਖਿਆ ਹੈ ਵੀ ਇੰਦਰਜੀਤ ਵਰਗਿਆਂ ਦੇ ਤੇ ਕਾਰਵਾਈ ਕਰ ਦਿੱਤੀ ਗਈ, ਪਰ ਰਾਜਜੀਤ ਹਜੇ ਵੀ ਹਿੱਕ ਤਾਣ ਕੇ ਖੜਾ ਹੈ। ਉਹ ਰਾਜਜੀਤ ਕਿਹੜਾ ਹੈ ਜਿਹਦੇ ਵੱਲ ਤੁਸੀਂ ਇਸ਼ਾਰਾ ਕਰ ਰਹੇ ਹੋ? ਦੇਖੋ, ਮੈਂ ਉਹਨਾਂ ਨੂੰ ਟਵੀਟ ਕੀਤਾ ਆ, ਉਹ ਲੱਭ ਲੈਣ। ਜੇ ਨਾ ਲੱਭੂਗਾ ਫਿਰ ਸੀਐਮ ਸਾਹਿਬ ਦੀ ਕੋਠੀ ਦੇ ਬਾਹਰ ਮੂਹਰੇ ਬਹਿ ਕੇ ਦੱਸੂਗਾ ਵੀ ਕੌਣ ਹੈ। ਫਿਰ ਮੈਂ ਐਡੀ ਦੂਰੋਂ ਨਹੀਂ ਦੱਸਣਾ ਵੀ ਮੈਂ ਪ੍ਰੈਸ 'ਚ ਕਹਿ ਦੂੰਗਾ, ਫਿਰ ਤਾਂ ਕਿ ਸਾਰਾ ਪੰਜਾਬ ਦੇਖੇ ਕਿ ਜੇ ਇੱਕ ਦੇਖੋ ਸੇਮ ਹੀ ਆ। ਜੇ ਸਾਡੇ ਅੱਜ ਪੁੱਤ ਨਸ਼ੇ ਨਾਲ ਮਰਨ ਰਹੇ ਨੇ, ਕੁਝ ਨਸ਼ਾ ਵੇਚ ਕੇ ਮਰ ਰਹੇ ਨੇ। ਕੋਈ ਨਸ਼ਾ ਮਾਂ ਦਾ ਪੁੱਤ ਢਿੱਡੋਂ ਪੈਦਾ ਹੋਇਆ ਨਹੀਂ ਵੇਚਦਾ, ਕੋਈ ਕ੍ਰਾਈਮ ਢਿੱਡੋਂ ਪੈਦਾ ਹੋਇਆ ਨਹੀਂ ਕਰਦਾ। ਜਿਹੜੇ ਅੱਜ ਵੀ ਜਿਹਦੀ ਤੁਸੀਂ ਗੱਲ ਕਰਦੇ, ਬੋਰੀ ਕੋ ਢਿੱਡੋਂ ਕ੍ਰਾਈਮ ਥੋੜਾ ਕ੍ਰਿਮੀਨਲ ਥੋੜਾ ਸੀ, ਜਾਂ ਇਹਨੇ ਕੋਈ ਇਹੋ ਜਿਹੇ ਕੰਮ 'ਚ ਥੋੜਾ ਹੀ ਫਸਿਆ ਸੀ ਜੀ। ਇਹਨੂੰ ਸਿਸਟਮ ਨੇ ਲੈ ਕੇ ਆਂਦਾ। ਤੇ ਹਰ ਵਾਰੀ ਸਰਕਾਰ ਅਸੀਂ ਇਹ ਕਹਿ ਕੇ ਬਦਲਾ ਲਿਆਉਂਦੇ ਵੀ ਅਸੀਂ ਸੁਧਾਰਾਂਗੇ ਇਹਨੂੰ। ਹਰ ਸਰਕਾਰ ਜਦੋਂ ਬਣਦੀ ਹੈ 4 ਤੋਂ 5 ਮਹੀਨੇ ਇਹਦੇ ਤੇ ਕੰਮ ਕਰਦੀ, 4-5 ਮਹੀਨੇ ਤੋਂ ਬਾਅਦ ਸਾਰਾ ਕੁਝ ਸੈਟਲ ਹੋ ਜਾਂਦਾ, ਫਿਰ ਸਾਰਾ ਕੁਝ ਨਿਰੰਤਰ ਉਦਾਂ ਚੱਲਦਾ। ਫਿਰ ਉਹ ਸਾਡੇ ਕੁਝ ਬੰਦੇ ਵੀ ਇਦਾਂ ਹੀ ਉਹਦੀ ਮਤਲਬ ਲੱਗ ਪੈਂਦੇ ਆ ਵੀ ਚਲੋ ਵੋਟਾਂ ਕਰਕੇ ਚਲੋ ਸ਼ਾਇਦ ਸਾਨੂੰ ਇਹਨਾਂ ਦੀ ਵੋਟਾਂ ਮਿਲਣਗੀਆਂ। ਔਜਲਾ ਸਾਹਿਬ, ਇਹਦਾ ਮਤਲਬ ਤੇ ਇਹ ਹੋ ਗਿਆ ਨਾ ਵੀ ਸਰਕਾਰ ਤਾਂ ਅਫਸਰ ਚਲਾ ਰਹੇ, ਤੁਸੀਂ ਤੇ ਨਾਂ ਦੇ ਹੀ ਨੁਮਾਇੰਦੇ ਹੋ ਗਏ ਨਾ। ਜਿਹੜਾ ਵੀ ਆਂਦਾ ਲੋਕ ਉਹ ਤੇ ਸਰਕਾਰ, ਤੁਸੀਂ ਕਿਹਾ ਮੈਂ 2017 ਤੋਂ ਚਿੱਠੀਆਂ ਲਿਖ ਰਹੀਆਂ, ਫਿਰ ਸਰਕਾਰ ਤਾਂ ਅਫਸਰ ਚਲਾ ਰਹੇ। 100% ਇਹ 'ਚ ਕੋਈ ਦੋ ਰਾਏ ਨਹੀਂ ਹੈ। ਇਹਦੇ 'ਚ ਕੋਈ ਦੋ ਰਾਏ ਨਹੀਂ। ਇਹਦੇ ਵਾਸਤੇ ਦੇਖੋ, ਮੈਂ ਮਾਨ ਸਾਹਿਬ ਨੂੰ ਬੜੀ ਵਧੀਆ ਤਰੀਕੇ ਨਾਲ ਕਿਹਾ ਸੀ ਕਿ ਦੇਖੋ ਤੁਸੀਂ ਭ੍ਰਿਸ਼ਟਾਚਾਰ ਹੋਇਆ ਫੜੋ, ਕੋਈ ਮੈਟਰ ਨਹੀਂ ਜੀ, ਪਰ ਇਹਦੇ ਪੈਰਲਲ ਤੁਸੀਂ ਸਾਰਿਆਂ ਨੂੰ ਕੌਨਫੀਡੈਂਸ 'ਚ ਰੱਖੋ, ਸਾਰੀਆਂ ਪਾਰਟੀਆਂ ਨੂੰ। ਕਿਉਂਕਿ ਜਿੰਨਾ ਚਿਰ ਇੱਕ ਪਾਰਟੀਆਂ ਸਾਰੀਆਂ ਸਿਰ ਜੋੜ ਕੇ ਇਹਨਾਂ ਮੁੱਦਿਆਂ ਤੇ ਨਹੀਂ ਨਾ ਬਹਿਣਗੀਆਂ, ਉਹਨਾਂ ਚਿਰ ਫਿਰ ਕੀ ਹੁੰਦਾ ਆ ਵੀ ਇੱਕ ਨੇ ਫੜ ਲੈਣਾ ਆ, ਦੂਜੇ ਨੇ ਕਹਿਣਾ ਜੀ ਗਲਤ ਹੋ ਗਿਆ। ਕਿਉਂਕਿ ਆਫਟਰ ਆਲ ਜਿਹੜੇ ਇਹ ਕੰਮ ਕਰਦੇ ਆ ਉਹਨਾਂ ਦਾ ਵੀ ਸਿਸਟਮ ਇੱਕ ਹੈਗਾ ਆ ਪੈਰਲਲ। ਉਹ ਕਹਿੰਦੇ ਜੀ ਸਾਡੇ ਨਾਲ ਧੱਕਾ ਹੋ ਗਿਆ, ਸਾਡੇ ਨਾਲ ਇਦਾਂ ਹੋ ਗਿਆ, ਉਦਾਂ ਹੋ ਗਿਆ। ਅੱਛਾ, ਅੱਧੀ ਦੂਜੀਆਂ ਪਾਰਟੀ ਉਧਰ ਨਾਰੇ ਮਾਰ ਲੱਗ ਪੈਂਦੀ, ਅੱਧੇ ਉਧਰ। ਹਾਂ, ਪਰ ਜੇ ਗੁਰੂ ਨਗਰੀ ਜਿੱਥੇ ਹਰਿਮੰਦਰ ਸਾਹਿਬ, ਸ਼੍ਰੀ ਦੁਰਗਿਆਣਾ ਤੀਰਥ, ਭਗਵਾਨ ਵਾਲਮੀਕ ਤੀਰਥ, ਇਹੋ ਜਿਹੇ ਉੱਤਮ ਸਥਾਨ ਹੋਣ, ਉਹਦੇ ਤੇ ਇਹ ਹਰਕਤਾਂ ਹੋਣ, ਤੇ ਤੁਸੀਂ ਆਪ ਸਾਰੇ ਪੰਜਾਬ ਦਾ ਹਾਲਾਤ ਲਾ ਲਓ ਵੀ ਕੀ ਰੱਬ ਰੱਖਾ ਹੋਊਗਾ। ਅੱਜ 1.5 ਸਾਲ ਇਹਨਾਂ ਨੂੰ ਬਣਿਆ ਨੂੰ ਹੋ ਗਿਆ। 1.5 ਸਾਲ ਦੇ ਵਿੱਚ ਰੱਤੀ ਭਰ ਫਰਕ ਨਹੀਂ ਅੰਮ੍ਰਿਤਸਰ 'ਚ ਹੋਇਆ, ਨਾ ਇਹਨਾਂ ਨਸ਼ਿਆਂ ਦਾ ਨਾ ਦੜਾ ਵਧਿਆ ਆ। ਅੱਛਾ, ਇਹ ਫਿਰ ਕੀ ਗੱਲ ਤੁਸੀਂ ਚਿੱਠੀ ਲਿਖਦੇ ਹੋ, ਇੰਨਾ ਰੌਲਾ ਪੈਂਦਾ, ਛੋਟੀ ਗੱਲ ਤੇ ਪੁਲਿਸ ਪ੍ਰੈਸ ਕਾਨਫਰੰਸ ਕਰ ਦਿੰਦੀ ਹੈ, ਆਪਣੇ 5 SHO, 2 DSP, ADCP, ਹੋਰ ਵੀ ਕਈ ਅਧਿਕਾਰੀਆਂ ਦੀ ਉੱਥੇ ਜਿਹੜੀ ਉਹ ਸ਼ਮੂਲੀਅਤ ਜਿਹੜੀ ਉੱਥੇ ਜਾਂਦੇ ਆ, ਵੀਡੀਓ ਵਾਇਰਲ ਹੁੰਦੀ ਹੈ, ਫੋਟੋਆਂ ਸਾਹਮਣੇ ਆਉਂਦੀਆਂ, ਉਹਦੇ ਤੇ ਕੀ ਕਾਰਵਾਈ ਹੋਈ? ਫਿਰ ਤੁਹਾਨੂੰ ਕੀ ਲੱਗਦਾ ਵੀ ਉਸ ਬੰਦੇ ਕੋਲੋਂ ਜਿਹੜੀ ਪੁਲਿਸ ਉਹਨੂੰ ਗਲੋਰੀਫਾਈ ਕੀਤਾ, ਉਸ ਬੰਦੇ ਕੋਲੋਂ ਪੁੱਛਗਿੱਛ ਠੀਕ ਢੰਗ ਨਾਲ ਕਰ ਸਕੇਗੀ? ਦੇਖੋ, ਪੁਲਿਸ ਤਬਾਦਲੇ ਕਰ ਦੇਣਾ ਇਹ ਕੋਈ ਆਮ ਜੀ ਗੱਲ ਹੈ, ਕੋਈ ਬਹੁਤ ਵੱਡੀ ਸਜ਼ਾ ਨਹੀਂ ਹੈਗੀ। ਇਹ ਤੇ ਵੈਸੇ ਵੀ ਹੋਣੇ ਚਾਹੀਦੇ ਸੀ ਜੀ। ਇਹ ਤਾਂ ਕੋਈ ਬਹੁਤ ਵੱਡਾ ਤੁਸੀਂ ਕੰਮ ਨਹੀਂ ਕੀਤਾ। ਮੈਂ ਤਾਂ ਹੀ ਅੱਖਾਂ 'ਚ ਘੱਟਾ ਪਾਇਆ ਇਹ ਚੀਜ਼ਾਂ ਸਾਰੀਆਂ ਦਾ ਜੀ। ਤੁਸੀਂ ਇਨਕੁਆਇਰੀਆਂ ਖੋਲੋ, ਪੁਲਿਸ ਕਾਬਲ ਅਫਸਰ ਬਹੁਤ ਨੇ ਪੰਜਾਬ ਪੁਲਿਸ 'ਚ। ਮੈਂ ਸਾਰੀ ਪੁਲਿਸ ਨੂੰ ਮਾੜਾ ਨਹੀਂ ਕਹਿ ਸਕਦਾ। ਇਹ ਉਹ ਪੁਲਿਸ ਹੈ ਜਿਹਨੇ ਬੜਾ ਲੰਬਾ ਸਮਾਂ ਦੇਸ਼ ਦੇ ਵਿੱਚ ਜਿੱਥੇ ਵੀ ਲੋੜ ਪਈ ਜਾ ਕੇ ਸੰਘਰਸ਼ ਕਰਦੀ ਹੈ, ਮਾੜੇ ਇਲਾਕਿਆਂ 'ਚ ਵੀ ਜਾ ਕੇ ਇਲੈਕਸ਼ਨਾਂ ਕਰਾਉਂਦੀ ਹੈ। ਕਿਉਂਕਿ ਪੰਜਾਬ ਇੱਕ ਅਜਿਹੀ ਧਰਤੀ ਹੈ ਜਿੱਥੇ ਹਰ ਕੰਮ ਦੇ ਵਿੱਚ ਮੋਹਰੀ ਹੋ ਕੇ, ਚਾਹੇ ਦੇਸ਼ ਦੀ ਆਜ਼ਾਦੀ ਹੋਵੇ, ਚਾਹੇ ਦੇਸ਼ ਦੀ ਸੁਰੱਖਿਆ ਦਾ ਮਾਮਲਾ ਹੋਵੇ, ਮੋਹਰੀ ਹੋ ਕੇ ਸਾਡੇ ਲੋਕ ਨਿਭਾਉਂਦੇ ਨੇ। ਤੇ ਉਸ ਪੁਲਿਸ 'ਚ ਕਾਬਲ ਅਫਸਰ ਨੇ। ਕਾਬਲ ਅਫਸਰਾਂ ਨੂੰ ਤਾਂ ਹੀ ਲਾਉਣਗੇ ਜੇ ਕਾਬਲ ਅਫਸਰ ਲਾਤੇ ਤੇ ਚੇਨ ਉੱਤੇ ਤੱਕ ਚਲੇ ਜਾਣੀ ਹੈ, ਤੇ ਫਿਰ ਉਹ ਰੌਲਾ ਪਏਗਾ। ਫਿਰ ਉਹਨਾਂ ਨੂੰ ਇਨਕੁਆਇਰੀਆਂ ਦੇ ਦਿੰਦੇ ਜਿਨ੍ਹਾਂ ਨੇ ਸਾਰਾ ਕੁਝ ਕਰਾਇਆ। ਮੈਨੂੰ ਦੱਸੋ ਵੀ ਇਹ ਸਾਰੇ 'ਚ ਨਿਕਲਣਾ ਕੀ? ਕੁਝ ਵੀ ਨਹੀਂ ਹੋਣਾ। ਆ ਸਾਰੇ ਕੰਮ 'ਚ ਕੀ ਨਿਕਲਣਾ ਹੈ? ਜਿਵੇਂ ਤੁਸੀਂ ਕਿਹਾ ਤਾਂ ਵੀ ਘੱਟਾ 100% ਮਿੱਟੀ ਘੱਟਾ ਪੈਣਾ ਹੈ, ਕੁਝ ਨਹੀਂ ਹੋਣਾ ਇਹਦੇ 'ਚ। ਜਦੋਂ ਇੱਕ ਮਿੰਟ ਜੀ, ਮੈਂ ਹੀ ਗੁਨਾਹਗਾਰ ਹਾਂ, ਮੈਂ ਇਨਕੁਆਇਰੀ ਕਰ ਰਿਹਾ ਤੇ ਮੈਂ ਬਚਾਉਂਗਾ ਨਹੀਂ ਉਹਨਾਂ ਨੂੰ ਜਿਹੜੇ ਮੇਰਾ ਘਰ ਭਰਦੇ। वैसे तो आजकल औजला साहब बड़ा इंटैलीजेंस को बहुत सारे तंत्र ने आजकल तो सब पता लग जाता भी ਤੁਹਾਡੇ ਅਕਾਊਂਟ ਚੋਂ ਕਿੱਥੇ ਟ੍ਰਾਂਸਫਰ ਹੋਇਆ ਹੈ, ਸਾਰਾ ਕੁਝ ਇਹ ਸਾਰੀ ਚੀਜ਼ਾਂ ਸਾਹਮਣੇ, ਤਾਂ ਹੀ ਸ਼ਾਇਦ ਤੁਸੀਂ ਤੁਹਾਨੂੰ ਭਰੋਸਾ ਨਹੀਂ ਰਹਿ ਗਿਆ, ਤੁਸੀਂ ਈਡੀ ਕੋਲੋਂ ਜਾਂਚ ਦੀ ਮੰਗ ਕੀਤੀ ਹੈ। ਮੈਂ ਨਾ ਜੀ ਕੋਈ ਬੰਦਾ, ਤੁਸੀਂ ਜੇ ਮੈਂ ਆ ਕੋਈ ABC ਆ, ਅੱਜ ਮੋਬਾਈਲ ਜਿਹੜਾ ਆ ਉਹ ਸਾਰਾ ਕੁਝ ਹੀ ਉਹਦਾ ਤੋਤਾ ਆ। ਇਹੋ ਜਿਹਾ ਸਿਸਟਮ ਸਰਕਾਰ ਕੋ ਹੈਗਾ ਵਾ ਵੀ WhatsApp ਵੀ ਦੱਸ ਦੇਣਗੇ ਕਿੱਥੇ ਗੱਲ ਹੋਈ, ਕਿਹਦੇ ਨਾਲ ਹੋਈ, ਕਿੰਨੇ ਮਿੰਟ ਹੋਈ ਜੀ। ਮੈਂ ਕਹਿੰਦਾ ਕਿ ਸਰਕਾਰ ਕਿਉਂ ਨਹੀਂ ਇੱਥੇ ਗੰਭੀਰ ਹੁੰਦੀ? ਅੱਜ ਕੱਲ੍ਹ ਤੇ ਲੋੜ ਹੀ ਨਹੀਂ ਕਿ ਤੁਸੀਂ ਕਿਸੇ ਤੇ ਇਲਜ਼ਾਮ ਲਾਓ। ਮੈਂ ਗਲਤ ਇਲਜ਼ਾਮ ਲਾਉਣ ਤੇ ਵੀ ਵਿਸ਼ਵਾਸ ਨਹੀਂ ਰੱਖਦਾ, ਪਰ ਜਿਹੜੇ ਲੋਕ ਦੇ ਉੱਤੇ ਸ਼ੱਕ ਉੱਠਿਆ ਜਾਂ ਜਿਹੜਾ ਰੌਲਾ ਪਿਆ, ਤੁਸੀਂ ਘੱਟੋ ਘੱਟ ਉਹਦਾ ਸਾਰਾ ਡਾਟਾ ਤੇ ਖੰਗਾਲੋ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਤੇ ਕਰੋ। ਤੁਸੀਂ ਦੇਖੋ, ਹੋ ਸਕਦਾ ਉਹ ਗਲਤ ਹੋਵੇ। ਔਜਲਾ ਸਾਹਿਬ ਜਦੋਂ ਦੇਖੋ ਇੱਕ ਮਿੰਟ, ਜੇ ਉਹ ਗਲਤ ਹੈ ਤੇ ਕੀ ਉਹਦਾ ਰਾਈਟ ਨਹੀਂਗਾ ਕਿ ਉਹਨੂੰ ਮਤਲਬ ਇਹ ਦਿੱਤਾ ਜਾਵੇ ਵੀ ਮਤਲਬ ਵੀ ਤੂੰ ਕਲੀਨ ਚਿੱਟ, ਪਰ ਕਲੀਨ ਚਿੱਟ ਦਿਓ,
ਬਟ ਇੱਕ ਨਿਰਪੱਖ ਏਜੰਸੀ, ਇਹ ਨਹੀਂ ਕਿ ਰਾਜੀਤ ਹੋਣਾ ਹੀ ਕੰਮ ਕਰਾਇਆ ਤੇ ਰਾਜੀਤ ਹੋਣਾ ਨੂੰ ਕਹੋ ਇੰਦਰਜੀਤ ਹੋਣਾ ਦੀ ਇਨਕੁਆਇਰੀ ਕਰ ਦਿਓ ਤੇ ਉਹਦੇ ਨਾਲ ਕੀ ਹੋਣਾ, ਕੁਝ ਨਹੀਂ ਹੋਣਾ। ਅੱਛਾ ਔਜਲਾ ਸਾਹਿਬ ਦੇਖੋ, ਬੜਾ ਸੈਂਸਿਟਿਵ ਜਿਹਾ ਇਸ਼ੂ ਹੈ, ਪੰਜਾਬ ਦੇ ਨਾਲ ਬਾਰਡਰ ਲੱਗਦਾ ਹੈ, ਡਰੋਨ ਨਸ਼ਾ ਇੱਥੇ ਆ ਰਿਹਾ ਤੇ ਇਹ ਦੜਾ ਸੱਟਾ ਕਾਰੋਬਾਰ ਤੇ ਨਾਲ ਦੀ ਨਾਲ ਜਿਹੜਾ ਗੈਂਗਸਟਰਵਾਦ ਹੋ ਗਿਆ, ਇੱਕ ਨੈਕਸਸ ਨਹੀਂ ਬਣ ਗਿਆ, ਪੁਲਿਸ ਲੀਡਰ ਗੈਂਗਸਟਰ, ਸਾਡੀਆਂ ਖੁਫੀਆ ਏਜੰਸੀਆਂ ਵੀ ਕਹਿ ਚੁੱਕੀਆਂ ਵੀ ਇਹ ਪੈਸਾ ਜਿਹੜਾ ਫਿਰ ਉਹ ਹਿਊਮਨ ਟ੍ਰੈਫਿਕਿੰਗ 'ਚ ਜਾਂ ਫਿਰ ਜਿਹੜਾ ਟੈਰਰ ਫੰਡਿੰਗ, ਇਹ ਸਾਰੀ ਉਹਦੇ 'ਚ ਯੂਜ਼ ਹੁੰਦਾ। ਦੇਖੋ ਜਦੋਂ ਬੰਦਾ ਇਸ ਦਲਦਲ 'ਚ ਪੈ ਜਾਂਦਾ ਨਾ, ਜਦੋਂ ਨਿੱਕੇ ਨਿੱਕੇ ਕੰਮ ਤੋਂ ਸ਼ੁਰੂ ਹੁੰਦਾ, ਫਿਰ ਉਹ ਦਲਦਲ 'ਚ ਖੁੱਭਦਾ ਜਾਂਦਾ ਹੈ ਜੀ। ਫਿਰ ਜਿਹੜੇ ਦੇਸ਼ ਦੇ ਦੁਸ਼ਮਣ ਨੇ ਫਿਰ ਉਹਨੂੰ ਮਿਸਯੂਜ਼ ਕਰਦੇ ਨੇ, ਉਹ ਫਿਰ ਕਈ ਵਾਰੀ ਡਰੱਗਸ 'ਚ ਲੱਗਿਆ ਹੁੰਦਾ ਆ, ਕਈ ਵਾਰੀ ਉਹ ਲਾਲਚ ਦੇ ਵੱਸ ਹੋ ਕੇ ਉਹਨਾਂ ਦੁਸ਼ਮਣਾਂ ਦਾ ਸਾਥ ਦਿੰਦਾ ਆ, ਚਾਹੇ ਕੋਈ ਵੀ ਕੰਮ ਹੋਵੇ। ਸੋ ਇਹ ਜਿਹੜੀ ਮੁਸ਼ਕਲਾਤ ਆ, ਇਹ ਕੋਈ ਮਤਲਬ ਸਰਕਾਰ ਕੋ ਕੋਈ ਏਡਾ, ਇਹ ਸਰਕਾਰ ਬੇਵੱਸ ਨਹੀਂ ਹੈਗੀ ਕਿ ਸਰਕਾਰ ਦੇ ਹੱਥ ਵੱਸ ਕੁਝ ਨਹੀਂ ਹੈਗਾ, ਹਰ ਚੀਜ਼ ਹੱਥ ਵੱਸ ਹੈਗੀ ਹੈ। ਸਰਕਾਰ ਜੇ ਪੋਲੀਟੀਕਲ ਬੰਦਿਆਂ ਨੂੰ ਫੜ ਕੇ ਅੰਦਰ ਦੇ ਸਕਦੀ ਹੈ, ਸਰਕਾਰ ਜੇ ਪੋਲੀਟੀਕਲ ਬੰਦਿਆਂ ਦੇ ਉੱਤੇ ਇਹੋ ਜਿਹੇ ਕੇਸ ਰਜਿਸਟਰ ਕਰਦੀ ਜਿਹਦਾ ਕੋਈ ਸਿਰ ਮੂੰਹ ਵੀ ਨਹੀਂ ਹੈਗਾ, ਤੇ ਸਰਕਾਰ ਇੱਕ ਚਿੱਟੇ ਦਿਨ ਹੁੰਦਾ। ਮੈਂ ਦਾਅਵੇ ਨਾਲ ਕਹਿੰਦਾ ਕਿ ਮੈਂ ਹਰ ਕਮਿਸ਼ਨਰ ਨੂੰ ਬਾਈ ਨੇਮ ਬਾਈ ਮਿਲ ਕੇ ਵੀ ਰਿਕੁਐਸਟ ਕੀਤੀ, ਹੱਥ ਜੋੜ ਕੇ ਵੀ ਭਾਈ ਘੱਟੋ ਘੱਟ ਅਸੀਂ ਇਹਦੀ ਸ਼ਰਮ ਕਰ ਲਈਏ ਕਿ ਧਰਤੀ ਕਿਹੋ ਜੀ ਹੈ। ਤੁਸੀਂ ਲੋਕਾਂ ਦੇ ਨਾਮ ਵੀ ਦੱਸੇ ਔਜਲਾ ਸਾਹਿਬ ਵੀ ਕਿਹੜੇ ਕਿਹੜੇ ਲੋਕ ਇਸ 'ਚ ਇਨਵੋਲਵ ਨੇ? ਨਹੀਂ, ਉਹ ਮੈਨੂੰ ਪੁੱਛਦੇ, ਮੈਂ ਕਿਹਾ ਵੀ ਜਿੱਦਾਂ ਇੰਟੈਲੀਜੈਂਸ ਤੁਸੀਂ ਮੈਨੂੰ ਲਿਖ ਕੇ ਦਿਓ ਕਿ ਵੀ ਇੰਟੈਲੀਜੈਂਸ ਇਜ਼ ਫੇਲ, CID ਫੇਲ, ਮੈਂ ਨਾ ਦੇ ਦੇਣਾ। ਅੱਛਾ ਤੁਸੀਂ ਮੈਂ ਕਿਹਾ ਵੀ ਤੁਸੀਂ ਕਹਿ ਦਿਓ ਕਿ ਇੰਟੈਲੀਜੈਂਸ ਫੇਲਡ ਹੈ, ਮੈਂ ਪੁਲਿਸ ਕਮਿਸ਼ਨਰ, ਮੈਨੂੰ ਕੁੱਖ ਨਹੀਂ ਪਤਾ ਲੱਗਦਾ, ਮੈਂ DCP, ਮੈਨੂੰ ਕੁੱਖ ਨਹੀਂ ਪਤਾ ਲੱਗਦਾ, ਤੂੰ ਮੈਨੂੰ ਰਿਟਨ ਦੇ, ਮੈਂ ਤੈਨੂੰ ਸਾਰਾ ਕੁਝ ਦੇਣਾ। ਤੂੰ ਇਦਾਂ ਨਹੀਂ ਨਾ ਕਿ ਤੂੰ ਮੇਰੇ ਤੋਂ ਮੈਸੇਜ ਲਵੇਂ ਤੇ ਤੂੰ ਅੱਗੇ ਪਾਸ ਕਰੇ, ਇਹ ਤਾਂ ਕੋਈ ਖੇਡ ਨਹੀਂ, ਤੂੰ ਰਿਟਨ ਦੇ, ਮੈਂ ਲਾਈਵ ਦਿੰਦਾ। ਮੈਂ ਤਾਂ ਹੀ ਤਾਂ ਕਹਿੰਦਾ ਕਿ ਜੇ ਤੁਹਾਨੂੰ ਨਹੀਂ ਪਤਾ ਤੇ ਮੈਨੂੰ ਰਿਟਨ ਕਹੋ ਵੀ ਤੁਸੀਂ ਗਲਤ ਇਲਜ਼ਾਮ ਲਾਉਂਦੇ, ਸਾਨੂੰ ਨਹੀਂ ਕੁਝ ਪਤਾ, ਮੈਂ ਦੇਣਾ ਤੁਹਾਨੂੰ, ਤੁਸੀਂ ਕਿਹੜਾ ਅਫਸਰ ਕਿੰਨਾ ਚਿਰ ਕਿੱਥੇ ਉਹਦੇ ਨਾਲ ਬਹਿੰਦਾ, ਕੀ ਉਹਦੇ ਨਾਲ ਗੱਲਬਾਤ ਹੁੰਦੀ, ਕਿਹੜੀ ਗੱਡੀ 'ਚ ਕਿੱਦਾਂ ਜਾਂਦੇ ਆ, ਕਿਹਦੇ ਨਾਲ ਕਿੱਥੇ ਕਰਦੇ ਆ। ਤੁਸੀਂ ਕਮਲ ਬੋਰੀ ਦੀ ਗੱਲ ਕਰ ਰਹੇ ਹੋ ਇੱਥੇ? ਕੋਈ ਵੀ ਹੋਏ, ਮੈਂ ਫਿਰ ਤੁਹਾਨੂੰ ਕਹਿ ਰਿਹਾ ਵੀ ਇਹ ਕਹਿਣ ਵੀ ਨਹੀਂ ਹੈਗਾ ਸਾਨੂੰ ਪਤਾ, ਤੇ ਮੈਂ ਦੱਸਦਾ ਹਾਂ ਇਹ ਕਿੱਦਾਂ ਬਚ ਸਕਦੇ ਆ। ਨਹੀਂ ਔਜਲਾ ਸਾਹਿਬ, ਕਮਲ ਤੁਸੀਂ ਅੱਜ ਕੱਲ ਲੋਕੇਸ਼ਨਾਂ ਨਿਕਲ ਆਉਂਦੀਆਂ ਨੇ ਭਾਈ ਸਾਹਿਬ, ਮੈਂ ਫਿਰ ਤੁਹਾਨੂੰ ਗੱਲ ਕਹਿਣਾ ਹੈ ਕਿ ਤੁਸੀਂ ਜਾਂ ਤੇ ਮੈਨੂੰ ਫਿਰ ਕਮਿਸ਼ਨਰ ਦੀ ਵਰਦੀ ਮੈਂ ਪਾਣਾ ਤੇ MP ਦੀ ਪਾ ਲੈਣ, ਫਿਰ ਮੈਂ ਸਾਰਾ ਕੁਝ ਦੱਸ ਦਿੰਦਾ। ਮਤਲਬ ਇੱਕ MP ਨਾਲੋਂ ਫਿਰ ਪੁਲਿਸ ਬਹੁਤ ਤਗੜੀ, ਪੁਲਿਸ ਅਫਸਰ ਕੋਈ ਵੀ ਹੈ ਜੀ, ਹਾਂ ਤਗੜੀ ਹੈ, ਮੈਂ ਆਪ ਕਹਿੰਦਾ ਤਗੜੀ ਹੈ, MLA ਨੂੰ ਤਗੜੀ ਹੈ, MLA ਇੱਥੇ ਤੁਰੇ ਫਿਰਦੇ ਨੇ। ਹਾਂ, ਜਿਹੜਾ ਕੋਈ ਮੰਤਰੀ ਦੀ ਸਰਕਾਰੀ CM ਨਾਲ ਬਹੁਤ ਜ਼ਿਆਦਾ ਸਿੱਧੀ ਹੋਊਗੀ ਉਹਦੀ ਇਹ ਸੁਣਨਗੇ, ਧਿਆਨ ਰੱਖ ਦੇਣਗੇ, ਬਾਕੀ ਨੂੰ ਕੀ ਪਰਵਾਹ ਕਰਦੇ, ਨੋਬਡੀ ਕੇਅਰ। ਅੱਛਾ ਔਜਲਾ ਸਾਹਿਬ, ਅੱਜ ਮੌਜੂਦਾ MLA ਕੁੰਵਰ ਵਿਜੇ ਪ੍ਰਤਾਪ ਹੁਣੀ ਨੇ ਜੀ ਕਿੰਨਾ ਉਹ ਰੌਲਾ ਪਾਉਂਦੇ ਨੇ, ਇਹ ਤੋਂ ਵੱਧ ਕੀ ਹੋ ਸਕਦਾ? ਡਾਕਟਰ ਜਸਬੀਰ ਹੈ, ਜਸਵਿੰਦਰ ਹੋਣੀ ਨੇ, ਯਾਰ ਇਹ ਤੋਂ ਵੱਧ ਮੌਜੂਦਾ ਸਰਕਾਰ 'ਚ ਜੇ ਲੋਕੀ ਰੌਲਾ ਪਾਉਂਦੇ ਨੇ ਤੇ ਕੁਝ ਨਾ ਕੋਈ ਗੱਲ ਹੈ ਨਾ, ਉਹ ਲੋਕ ਜਾਂਦੇ ਨੇ ਗਰਾਊਂਡ ਤੇ। ਅੱਛਾ ਔਜਲਾ ਸਾਹਿਬ, ਇਹ ਵੀ ਬੜਾ ਅੱਜ ਕੱਲ ਚੱਲ ਰਿਹਾ, ਸਾਨੂੰ ਬਹੁਤ ਸਾਰੇ ਲੋਕ ਫੋਨਸ ਕਰਦੇ ਨੇ, ਪਰ ਸੱਚਾਈ ਕਿੰਨੀ ਹੈ ਨਹੀਂ ਪਤਾ, ਵੀ ਕੁਝ ਲੀਡਰਸ ਜਿਹੜੀ ਉਹਨਾਂ ਦੀ ਗੱਡੀਆਂ ਦੇ ਵਿੱਚ ਜਿਹੜੀ ਡਰੱਗਸ ਵੀ ਜਾਂਦੀ ਹੈ, ਉਹਨਾਂ ਦੀ ਗੱਡੀਆਂ ਦੇ ਵਿੱਚ ਗੈਰ ਕਾਨੂੰਨੀ ਧੰਦੇ ਜਿਹੜੇ ਉਹਨਾਂ ਦਾ ਇਸਤੇਮਾਲ ਹੁੰਦਾ ਹੈ। ਦੇਖੋ ਮੈਂ ਕਹਿ ਰਿਹਾ, ਇਹ ਤੇ ਬਲੇਮ ਮੈਂ ਵੀ ਹੁਣ ਜਿੱਤੇ ਤੇ ਮਰਜ਼ੀ ਜੋ ਮਰਜ਼ੀ ਕਹਿ ਸਕਦਾ, ਮੈਂ ਕਹਿ ਰਿਹਾ ਕਿ ਇਹਨਾਂ ਸਾਰਿਆਂ ਦੀ ਤਹਿਕੀਕਾਤ ਕੌਣ ਕਰੂਗਾ? ਮੇਰੇ ਕੋਲ ਤਾਂ ਕੋਈ ਸਿਸਟਮ ਨਹੀਂ ਹੈਗਾ ਕਿ ਮੈਂ ਕਰਾਂ, ਮੇਰੇ ਤੇ 3 PA ਕੋਲ ਕੋਈ ਇਹੋ ਜਿਹਾ ਸਿਸਟਮ ਨਹੀਂ ਹੈਗਾ ਕਿ ਇਹਦੇ ਘਰ ਜਾ ਕੇ ਜਾਂ ਕਦੇ ਮੋਬਾਈਲ ਲਿਆ ਜਾਂ ਮੇਰੇ ਕੋਲ ਕੋਈ ਸਿਸਟਮ ਹੋਵੇ। ਇਹਨਾਂ ਨੂੰ ਕਨਸਟੀਟਿਊਸ਼ਨ ਨੇ ਰਾਈਟ ਇਹਨਾਂ ਨੂੰ ਦਿੱਤਾ ਹੈ ਵੀ ਤੁਸੀਂ ਕਿਸੇ ਦੀ ਤਹਿਕੀਕਾਤ ਕਿੱਦਾਂ ਕਰ ਸਕਦੇ ਜੇ, ਤੁਸੀਂ ਕਿੱਦਾਂ ਮੋਬਾਈਲ ਖੰਗਾਲ ਸਕਦੇ ਜੇ, ਤੁਸੀਂ ਕਿੱਦਾਂ ਅੱਗੇ ਤੋਂ ਅੱਗੇ ਜਾ ਸਕਦੇ ਜੇ। ਇਹ ਤਹਿਕੀਕਾਤ ਕਰਨ ਦਾ ਅਧਿਕਾਰ ਕਿਹਨੇ ਦਿੱਤਾ ਹੈ? ਸੰਵਿਧਾਨ ਨੇ ਦਿੱਤਾ ਹੈ। ਇਹਨਾਂ ਨੂੰ ਤਨਖਾਹ ਕਿੱਥੋਂ ਮਿਲਦੀ ਹੈ? ਕਨਸਟੀਟਿਊਸ਼ਨ ਕਹਿੰਦਾ ਵੀ ਇਹ ਸਰਵਿਸ ਕਰਨਗੇ, ਸਰਵਿਸ ਦੇ ਮੁਤਾਬਕ ਇਹਨਾਂ ਨੂੰ ਤਨਖਾਹ ਮਿਲੂਗੀ। ਹਾਂ, ਮੈਂ ਸਰਕਾਰ ਨੂੰ ਇਹ ਜ਼ਰੂਰ ਕਹਿਣਾ ਕਿ ਇਹਨਾਂ ਦੇ ਖਰਚੇ, ਜਿੱਥੋਂ ਇਹ ਵੀ ਪ੍ਰੋਬਲਮ ਕ੍ਰੀਏਟ ਹੁੰਦੀ ਹੈ, ਥਾਣਿਆਂ ਨੂੰ ਪ੍ਰੋਪਰ ਖਰਚੇ ਨਹੀਂ ਮਿਲਦੇ। ਥਾਣਿਆਂ ਨੂੰ ਜਿਵੇਂ ਕੋਈ ਕੇਸ ਹੋ ਗਿਆ, ਕੇਸ ਲੜਨ ਲਈ ਕੋਈ ਬਜਟ ਨਹੀਂ ਹੁੰਦਾ ਵੀ ਕੇਸ ਜੇ ਲੜਨਾ ਆ, ਚੰਡੀਗੜ੍ਹ ਜਾਣਾ ਹੈ, ਭੁਗਤਣਾ, ਆਉਣਾ ਜਾਣਾ ਹੈ, ਕਿੰਨਾ ਖਰਚਾ ਆ। ਔਜਲਾ ਸਾਹਿਬ, ਉਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਦੜਾ ਸੱਟਾ ਕਾਰੋਬਾਰ ਨੂੰ ਜਾਂ ਗੈਂਗਸਟਰਾਂ ਨੂੰ ਬੜਾਵਾ ਦੇ। ਮੇਰੀ ਗੱਲ ਸੁਣੋ ਨਾ ਜੀ, ਮੈਂ ਗੱਲ ਕੀ ਕਹਿ ਰਿਹਾ, ਦੇਖੋ ਸਾਨੂੰ ਸਾਰੇ ਪੱਖ ਵੇਖਣੇ ਪੈਣਗੇ ਨਿਰੰਤਰ। ਜੇ ਇੱਕ ਪੱਖ ਇਹ ਹੈ ਤੇ ਇੱਕ ਪੱਖ ਇਹ ਵੀ ਹੈ, ਇਹ ਵੀ ਸਰਕਾਰਾਂ ਦਾ ਫਰਜ਼ ਬਣਦਾ। ਇੱਕ ਮਿੰਟ ਮੈਂ ਦੱਸਦਾ, ਅੱਜ ਮੈਂ ਦੱਸਦਾ ਜੀ। ਦੇਖੋ ਜੇ ਆਪਾਂ ਉਹਨਾਂ ਨੂੰ ਕਟਹਿਰੇ 'ਚ ਖੜਾ ਕੀਤਾ ਤੇ ਆਪਾਂ ਜਿਹੜੀਆਂ ਕੁਝ ਮੁਸ਼ਕਲਾਤ ਨੇ, ਕੋਈ ਬਹੁਤੀ ਵੱਡੀ ਮੁਸ਼ਕਲਾਤ ਨਹੀਂ ਹੈਗੀ, ਪਰ ਗੱਲ ਕੀ ਵੀ ਜਦੋਂ ਇੱਕ ਬੱਚਾ ਚੋਰੀ ਕਰਨ ਲੱਗ ਪੈਂਦਾ ਨਾ ਛੋਟੀ, ਉਹ ਵੱਡੀ ਵੀ ਫਿਰ ਕਰਦਾ ਹੈ। ਜਦੋਂ ਇੱਕ ਪੁਲਿਸ 'ਚ ਭਰਤੀ ਹੁੰਦਾ, ਉਹ ਇੱਕ ਇਮਾਨਦਾਰ ਅਫਸਰ ਹੀ ਹੁੰਦਾ ਹੈ। ਪਰ ਜੇ ਇਹਨੂੰ ਹਾਲਾਤ ਅਸੀਂ ਜੇ ਵੇਖੋ, ਸਰਕਾਰ ਦਾ ਫਰਜ਼ ਬਣਦਾ ਤੇਲ ਪਵਾ ਕੇ ਦੇਣੇ ਗੱਡੀਆਂ ਦੇ, ਸਰਕਾਰ ਦਾ ਫਰਜ਼ ਬਣਦਾ ਹੈ ਕਿ ਜੇ ਕੋਈ ਇੱਕ ਕੇਸ ਆ, ਕੇਸ ਨੂੰ ਲੜਨ ਤੇ ਭਾਵੇਂ ਜਿੰਨਾ ਮਰਜ਼ੀ ਆਉਣ ਜਾਣ ਦਾ ਖਰਚਾ ਪੈਂਦਾ ਆ, ਹੁਣ ਆਈਓ ਖਰਚਾ ਭਰੇਗਾ। ਆਈਓ ਨੇ ਜਾਈਏ, ਜੇ ਫਰਜ਼ ਕੋਲ ਤਨਖਾਹ ਆ, ਉਹਨੇ ਚੰਡੀਗੜ੍ਹ ਜਾਣਾ, ਉਹਨੂੰ 5000 ਫੇਰੇ ਦਾ ਪੈ ਰਿਹਾ, ਉਹਨੇ ਫਿਰ ਕੀ ਕਰਨਾ? ਹੁਣ ਆਮ ਬੰਦੇ ਕੋਲ, ਭਲੇ ਮਾਨਸ ਬੰਦੇ ਨੂੰ ਤਾਂ ਕਹਿ ਨਹੀਂ ਸਕਦਾ ਤਨਖਾਹ 'ਚ ਪੈਸੇ ਦੇ, ਉਹ ਇਹਦੇ ਕੋਲ ਮੰਗੂਗਾ, ਲਿਆ ਦੇ। ਅੱਛਾ ਔਜਲਾ ਸਾਹਿਬ, ਇੱਕ ਇਸ ਤੋਂ ਬਾਅਦ ਜਦੋਂ ਕਮਲ ਬੋਰੀ ਦਾ ਨਾਂ ਤੁਸੀਂ ਚਿੱਠੀ ਵੀ ਲਿਖੀ ਸੀਗੀ ਤੇ ਉਹਦੇ ਨਾਲ ਤੁਹਾਡੀਆਂ ਫੋਟੋਆਂ ਵੀ ਵਾਇਰਲ ਕਰ ਦਿੱਤੀਆਂ ਗਈਆਂ, ਤੁਹਾਡੇ ਇੱਕ ਪ੍ਰਧਾਨ ਦੀਆਂ ਫੋਟੋਆਂ, ਨਾਂ ਲੱਗਦਾ ਕਿ ਉਹਦਾ ਬਹੁਤ ਖਾਸਮ ਖਾਸ ਆ, ਤੇ ਹੋਰ ਕੁਝ MLA ਨੇ ਉਹਨਾਂ ਦੇ ਨਾਲ ਵੀ ਫੋਟੋਆਂ ਆਈਆਂ, ਤੇ ਕੀ ਵਾਕਈ ਤੁਹਾਡੇ ਕੋਈ ਸੰਪਰਕ 'ਚ ਹੈਗਾ? ਦੇਖੋ ਮੈਂ ਕਿਸੇ ਦਾ ਕਦੀ ਵੀ ਨਾਂ
ਗੈਰ ਜ਼ਿੰਮੇਵਾਰ ਤਰੀਕੇ ਨਾਲ ਨਹੀਂ ਲੈਂਦਾ, ਪਰ ਮੈਨੂੰ ਇਹ ਪਤਾ ਕਿ ਸਿਸਟਮ ਦੇ ਵਿੱਚ ਬਹੁਤ ਵੱਡਾ ਰੋਲ ਇਸ ਸਿਸਟਮ 'ਚ ਹੈਗਾ ਆ। ਮੈਂ ਜੋ ਪੁਲਿਸ ਅਫਸਰਾਂ ਦਾ ਤੇ ਜਿਹੜਾ ਨੈਕਸਸ ਹੈ ਦੜੇ ਸੱਟੇ ਦਾ, ਜਿੰਨਾ ਪੋਲੀਟੀਸ਼ੀਅਨਾਂ ਦਾ ਉਹਦੇ 'ਚ ਕਿੰਨਾ ਰੋਲ ਆ? ਪੋਲੀਟੀਸ਼ੀਅਨ ਜਿਹੜਾ ਮੌਜੂਦਾ ਹੁੰਦਾ ਉਹਦੀ ਇਹ ਥੋੜੀ ਜਿਹੀ ਮਤਲਬ ਪਲੱਸ ਰੱਖਦੇ ਆ ਉਹਨੂੰ, ਵੀ ਬੰਦਿਆਂ ਦੀ ਲੋੜ ਪਈ ਕੋਈ 100-200 ਬੰਦਾ ਭੇਜਦਾ, ਉਹ ਸੋਚਦਾ ਕਿ ਸ਼ਾਇਦ ਮੇਰੀ ਇਹ ਬੜੀ ਕਰ ਰਹੇ ਆ, ਤੇ ਉਹਨੇ ਨਾਲ ਉਹ ਵੀ ਐਕਚੁਅਲੀ ਪੁਲਿਸ ਨੇ ਇਹਨੂੰ ਸਮਝਾਇਆ ਹੁੰਦਾ ਕਿ ਮਾੜਾ ਜਿਹਾ ਤੇ ਇਹਦੇ ਵੱਲ ਮਾੜਾ ਜਿਹਾ ਧਿਆਨ ਰੱਖਤਾ ਕਿ ਮੁੜ ਕੇ ਸਾਨੂੰ ਕੁਝ ਕਵੇ ਨਾ ਤੇਰੇ ਬਾਰੇ, ਹੋਰ ਕੋਈ ਬਹੁਤ ਵੱਡਾ ਇਹਦੇ 'ਚ ਰੋਲ ਨੈਕਸਸ ਨਹੀਂ ਹੁੰਦਾ। ਸੋ ਜਦ ਤੱਕ ਫੋਟੋਆਂ ਦਾ ਸਵਾਲ ਆ, ਮੈਂ ਵੀ ਉਹ ਵੇਖੀ ਸੀ, ਮੈਂ ਤਾਂ ਫੇਰ ਕਹਿ ਰਿਹਾ ਤੁਹਾਡੇ ਨਹੀਂ, ਕੱਲੀ ਫੋਟੋ ਦੇ ਇੱਥੇ ਤੱਕ ਨਹੀਂ ਰਹਿਣਾ ਚਾਹੀਦਾ, ਫੋਟੋ ਲੱਥੀ ਕਿੱਥੇ ਇਹ ਵੇਖੋ, ਇੱਥੇ ਤੱਕ ਜਾਓ। ਜੇ ਉੱਥੇ ਆਇਆ ਕੀ ਗੁਰਜੀਤ ਔਜਲੇ ਨੇ ਬੁਲਾਇਆ ਸੀ, ਕਿਹਦੇ ਆਖਿਆ ਆਇਆ? ਅੱਜ ਕੱਲ੍ਹ ਤਾਂ ਯਾਰ ਕੋਈ ਔਖਾ ਕੰਮ ਹੈ ਹੀ ਨਹੀਂ ਇਹਨਾਂ ਚੀਜ਼ਾਂ ਲਈ। ਤੁਸੀਂ ਤਹਿਕੀਕਾਤ ਔਜਲੇ ਦੀ ਕਿਉਂ ਨਹੀਂ ਕਰਦੇ? ਕਰੋ। ਨਹੀਂ ਔਜਲਾ ਸਾਹਿਬ ਮੈਨੂੰ ਅੱਛਾ ਵੇਖੋ ਇੱਕ ਮਿੰਟ, ਅੱਜ ਪੋਲੀਟੀਕਲ ਫਿਗਰ ਹੈ, ਮੇਰੀ ਕਿਸੇ ਨਾਲ ਵੀ ਫੋਟੋ ਆ ਸਕਦੀ ਆ ਜੀ, ਪਰ ਜਦੋਂ ਮੈਂ ਜਾਂਦਾ ਮੈਂ ਭੱਜਾਂ ਕਿ ਮੈਂ ਕਹਿੰਦਾ ਵੀ ਨਹੀਂ ਜੀ ਮੈਂ ਨਹੀਂ, ਮੈਂ ਤਾਂ ਕਹਿ ਰਿਹਾ ਕਿ ਮੇਰੀ ਤਹਿਕੀਕਾਤ ਕਰੋ। ਔਜਲਾ ਸਾਹਿਬ 100% ਲੋਕਾਂ ਨੇ ਔਜਲਾ ਸਾਹਿਬ ਬਦਲਾਵ ਦੇਖੋ, ਕਾਂਗਰਸ ਦੇ ਵੇਲੇ ਵੀ ਰੌਲਾ ਪੈਂਦਾ ਸੀ, ਤੁਸੀਂ ਆਪ ਪਿੰਡਾਂ 'ਚ ਜਾ ਕੇ ਨਸ਼ੇ ਲੋਕ ਫੜੇ, ਜਿਹੜੇ ਲੋਕ ਨਸ਼ਾ ਕਰਦੇ ਨੇ ਉਹਨਾਂ ਨੂੰ ਨਸ਼ਾ ਛੁਡਾਊ ਕੇਂਦਰ 'ਚ ਵੀ ਭਰਤੀ ਕਰਾਇਆ, ਤੁਹਾਡਾ ਹੀ ਵਿਰੋਧ ਹੋਣ ਲੱਗਿਆ। ਤੁਹਾਡੀ ਹੀ ਪਾਰਟੀ ਦੇ ਵਿੱਚ ਕੁਝ ਲੋਕਾਂ ਨੇ ਵਿਰੋਧ ਕੀਤਾ ਵੀ ਔਜਲੇ ਨੂੰ ਤੇ ਟਿਕਟ ਵੀ ਨਾ ਦਿੱਤੀ ਜਾਏ ਕਿਉਂਕਿ ਇਹਨੇ ਜਿੱਤਣਾ ਨਹੀਂ। ਉਹ ਤੇ ਚਲੋ ਜੇ ਕਹਿੰਦੇ ਵੀ ਲੱਲੂ ਕਰੇ ਕਵਲੀਆਂ ਤੇ ਰੱਬ ਸਿੱਧੀਆਂ ਪਾਵੇ, ਰੱਬ ਨੇ ਤੁਹਾਡੀ ਸੁਣੀ ਹੈ ਤੇ ਤੁਹਾਨੂੰ ਹਾਈ ਕਮਾਨ ਨੇ ਟਿਕਟ ਦਿੱਤੀ, ਤੁਸੀਂ ਜਿੱਤੇ ਵੀ। ਇਹ ਸਾਰੇ ਫਿਰ ਕਿਵੇਂ ਲੋਕ ਜਾਣਦੇ ਜਾਣ ਕਿੱਥੇ? ਦੇਖੋ ਜਾਣ ਦੀ ਮਸਲਾ ਨਹੀਂਗਾ, ਦੇਖੋ ਇਹ ਤੇ ਜਿਹੜੇ ਬੰਦੇ ਜ਼ਿੰਮੇਵਾਰ ਚੁਣੇ ਜਾਂਦੇ ਉਹਨਾਂ ਦਾ ਫਰਜ਼ ਬਣਦਾ ਲੋਕ ਆਵਾਜ਼ ਰੱਖਣੀ, ਜਿੱਥੇ ਡਿਵੈਲਪਮੈਂਟ ਕਰਨੀ ਆ ਉੱਥੇ ਲੋਕ ਜਿਹੜੇ ਮੁੱਦੇ ਨੇ ਇਹੋ ਜਿਹੇ ਉਹਨਾਂ ਦੇ ਉੱਤੇ ਵੀ ਬੋਲਣਾ। ਜੋ ਤੁਸੀਂ ਮੇਰੀ ਗੱਲ ਕੋਈ ਨਹੀਂ ਬੋਲਿਆ, ਗੁਰਜੀਤ ਸਿੰਘ ਔਜਲਾ ਬੋਲ ਰਿਹਾ, ਇੱਥੇ ਬਹੁਤ ਸਾਰੇ ਹੋਰ ਤੁਹਾਡੇ ਪੁਰਾਣੇ ਮੰਤਰੀ ਸਾਹਿਬ ਨੇ, ਪੁਰਾਣੇ ਐਮਐਲਏ ਸਾਹਿਬਾਨ ਨੇ, ਕੋਈ ਬੋਲਦਾ ਹੀ ਨਹੀਂ, ਮੂੰਹ 'ਚ ਲਾਚੀਆਂ ਘੁੰਗਣੀਆਂ ਪਈਆਂ ਹੋਈਆਂ। ਕੀ ਗੱਲ ਗੁਰਜੀਤ ਸਿੰਘ ਔਜਲੇ ਨੂੰ ਜੇ ਨਹੀਂ ਕਿਸੇ ਦਾ ਡਰ ਤੇ ਉਹਨਾਂ ਨੂੰ ਕਿਸੇ ਦਾ ਡਰ ਸਤਾ ਰਿਹਾ? ਗੱਲ ਡਰ ਹੋਣ ਦੀ ਨਹੀਂ ਹੁੰਦੀ, ਗੱਲ ਜਿਸ ਪੋਸਟ ਲਈ ਤੁਸੀਂ ਚੁਣੇ ਗਏ ਜੀ, ਤੁਸੀਂ ਸਹੁੰ ਖਾਧੀ ਕਿ ਉਸ ਪੋਸਟ ਪ੍ਰਤੀ ਤੁਸੀਂ ਇਮਾਨਦਾਰੀ ਨਾਲ ਨਿਭਣਾ ਆ, ਜਾਂ ਜਿਹੜੇ ਲੋਕਾਂ ਨੇ ਤੁਹਾਨੂੰ ਚਾਹੇ ਅਸੀਂ ਕਿਤੇ ਲੂਜ਼ ਕਰ ਦਿਓ ਕੁਛ ਹੋ ਜਾਓ, ਤੁਹਾਨੂੰ ਲੋਕਾਂ ਨੇ ਵੋਟਾਂ ਪਾਈਆਂ ਹੁੰਦੀਆਂ ਨੇ, ਤੁਹਾਡਾ ਫਰਜ਼ ਬਣਦਾ ਜੇ ਕੋਈ ਦੁੱਖ ਤਕਲੀਫ ਉੱਥੇ ਹੈਗੀ ਹੈ ਉਹਨੂੰ ਉਜਾਗਰ ਕਰੋ, ਉਹ ਤੋਂ ਪਿੱਛੇ ਨਾ ਭੱਜੋ। ਇਹ ਫਰਜ਼ ਸਾਰਿਆਂ ਦਾ ਬਣਦਾ। ਦੇਖੋ ਜੇ ਮੈਂ ਕੀਤਾ ਠੀਕ ਹੈ ਯਾਰ, ਦੇਖੋ ਜਦੋਂ ਪਿਛਲੀ ਇਲੈਕਸ਼ਨ ਵੀ ਹੋਈ ਆ ਇੱਕ ਬੜਾ ਵੱਡਾ ਤੰਤਰ ਮੇਰੇ ਵਿਰੁੱਧ ਚੱਲਿਆ ਸੀ, ਜਿਨ੍ਹਾਂ 'ਚ ਇਹ ਨਸ਼ਿਆਂ ਦੇ ਕਾਰੋਬਾਰੀ ਵੀ ਸੀ, ਪੁਲਿਸ ਵੀ ਸੀ, ਕਿ ਕਿਸੇ ਤਰੀਕੇ ਨਾਲ ਟਿਕਟ ਜਿਹੜੀ ਇਹਨਾਂ ਤੋਂ ਸੱਜੇ ਖੱਬੇ ਕਰ ਦਿਓ ਜੀ। ਪਰ ਚਲੋ ਖੈਰ ਪਰਮਾਤਮਾ ਹੈਗਾ, ਗੁਰੂ ਨਗਰੀ ਹੈਗੀ ਹੈ, ਔਰ ਇੱਥੋਂ ਦੀ ਜਿੱਥੋਂ ਦੀ ਸੇਵਾ ਕਰਦੇ ਆ ਬੜਾ ਤਪਸਥਾਨ ਹੋਏ ਨੇ, ਔਰ ਸਭ ਤੋਂ ਵੱਡੀ ਹਾਈ ਕਮਾਂਡ ਵੀ ਸਾਡੀ ਹੈਗੀ ਹੈ ਕਿ ਉਹ ਵੀ ਵੇਖਦੀ ਹੈ ਸਾਡੀ ਪਾਰਟੀ ਦੇ ਅੰਦਰ ਵੀ ਕੀ ਹੋ ਰਿਹਾ। ਸੋ ਪਰਮਾਤਮਾ ਦੀ ਮਿਹਰ ਸਦਕਾ ਉਹ ਸਾਰੀਆਂ ਚੀਜ਼ਾਂ ਨਿਰੰਤਰ ਲੰਘ ਜਾਂਦੀਆਂ ਨੇ, ਪਰ ਫਿਰ ਗੱਲ ਉੱਥੇ ਆ ਕੇ ਖੜ ਜਾਂਦੀ ਹੈ ਵੀ ਇਹ ਸਾਰਾ ਕੁਝ ਤੇ ਅਸੀਂ ਕਰਦੇ ਹਾਂ, ਜਾਂ ਤੇ ਹੋਵੇ ਵੀ ਅਸੀਂ ਕਰਦੇ ਨਹੀਂ। ਪਹਿਲੀ ਗੱਲ ਤੇ ਸਾਨੂੰ ਕਰਨ ਦੀ ਲੋੜ ਨਹੀਂ ਪੈਣੀ ਚਾਹੀਦੀ, ਇਹ ਇਹਨਾਂ ਦੀਆਂ ਜ਼ਿੰਮੇਵਾਰੀਆਂ ਨੇ, CID ਵਾਲੇ ਬੈਠੇ ਨੇ, ਇੰਟੈਲੀਜੈਂਸ ਵਾਲੇ ਬੈਠੇ ਨੇ, ਪੁਲਿਸ ਬੈਠੀ ਆ, ਇਹਨਾਂ ਦੀਆਂ ਤਨਖਾਹਾਂ ਮਿਲ ਰਹੀਆਂ ਨੇ ਇੱਕ ਬੰਦੇ ਨੂੰ। ਸਵਾਲ ਔਜਲਾ ਸਾਹਿਬ ਇਹ ਕਿਉਂ ਦੇਖੋ ਇਹ ਸਾਨੂੰ ਕਿਉਂ ਕਰਨਾ ਪੈ ਰਿਹਾ, ਅਸੀਂ ਕਿਉਂ ਸਾਹਮਣੇ ਆ ਰਹੇ ਹਾਂ? ਤੁਸੀਂ ਔਜਲਾ ਸਾਹਿਬ ਤੁਸੀਂ ਰੌਲਾ ਹੀ ਪਾ ਰਹੇ ਹੋ ਨਾ, ਫਿਰ ਇੰਪਲੀਮੈਂਟ ਤੇ ਉਹਨਾਂ ਨੇ ਕਰਨਾ। ਨਹੀਂ, ਮੇਰਾ ਸਵਾਲ ਉੱਥੇ ਹੀ ਹੈ ਔਜਲਾ ਸਾਹਿਬ, ਲੋਕਾਂ ਨੇ ਬਦਲਾਵ ਲਈ ਚੁਣਿਆ ਉਦੋਂ ਅਕਾਲੀ ਦਲ ਤੋਂ ਬਾਅਦ, ਨਸ਼ੇ ਦਾ ਮੁੱਦੇ ਤੇ ਕੈਪਟਨ ਸਾਹਿਬ ਨੇ ਵੀ ਸਹੁੰ ਖਾਧੀ, 2017 'ਚ ਸਰਕਾਰ ਬਣ ਗਈ ਕਾਂਗਰਸ ਦੀ, 2022 ਦੇ ਵਿੱਚ ਬਦਲਾਵ ਲਿਆਂਦਾ ਬੜਾ ਵੱਡਾ, ਲੋਕਾਂ ਨੇ 92 MLA ਆਮ ਆਦਮੀ ਪਾਰਟੀ ਦੇ ਜਿਤਾਤੇ, ਤੇ ਹਾਲਾਤ ਤੇ ਫਿਰ ਉਹੀ ਦੇ ਨੇ, ਉਹੀ ਨਸ਼ਾ, ਉਹੀ ਗੈਂਗਸਟਰ, ਉਹੀ ਤਰ੍ਹਾਂ ਸੱਟਾ ਕਾਰੋਬਾਰ। ਲੋਕ ਕਿਹੜੇ ਢੱਠੇ ਖੂਹ 'ਚ ਪੈ ਜਾਣ? ਲੋਕ ਦੇਖੋ ਢੱਠੇ ਖੂਹ 'ਚ ਨਹੀਂ, ਦੇਖੋ ਗੱਲ ਇਹ ਹੈ ਕਿ ਜੇ ਕੈਪਟਨ ਸਾਹਿਬ ਨੇ ਸਹੁੰ ਖਾਧੀ ਸੀ ਤੇ ਜੇ ਕੈਪਟਨ ਸਾਹਿਬ ਨੇ ਰਾਜਜੀਤ ਨੂੰ SSP ਲਾਇਆ ਤਾਂ ਅੱਜ ਕੈਪਟਨ ਸਾਹਿਬ ਕਿੱਥੇ ਹੈ? ਲੋਕ ਤੇ ਵਹਿੰਦੇ ਆ ਸਾਰਾ ਕੁਝ। ਜੇ ਰਾਜਜੀਤ ਵਰਗਿਆਂ ਨੂੰ ਕੈਪਟਨ ਸਾਹਿਬ ਨੇ SSP ਲਾਇਆ ਸੀ ਤਾਂ ਅੱਜ ਕੈਪਟਨ ਸਾਹਿਬ ਕਿੱਥੇ ਆ? ਤੇ ਜੇ ਉਹਦੇ ਹੀ ਫੋਟੋ ਸਟੇਟ ਕਾਪੀਆਂ ਨੂੰ ਇਹ ਲਾ ਕੇ ਰੱਖਣਗੇ ਤੇ ਜਾਣਾ ਇਹਨਾਂ ਵੀ ਉੱਥੇ ਹੈ। ਇਹ ਮਤ ਸੋਚਣ ਕਿ ਲੋਕ ਨਹੀਂ ਦੇਖਦੇ। ਜੇ ਰਾਜਜੀਤ ਵਰਗੇ ਪੁਲਿਸ ਅਫਸਰਾਂ ਨੂੰ DGP ਸਾਹਿਬ ਤੇ CM ਸਾਹਿਬ ਤੁਸੀਂ ਲਾ ਕੇ ਰੱਖੋਗੇ ਤੇ ਇਹਦਾ ਵੀ ਖਮਿਆਜਾ ਭੁਗਤਣਾ ਪੈਣਾ ਹੈ। ਜੇ ਪ੍ਰੋਪਰ ਇਨਕੁਆਇਰੀ, ਕਿਉਂਕਿ ਤੁਹਾਡੇ ਤੇ ਵੇਖੋ ਆਸ ਹੈ ਲੋਕਾਂ ਨੂੰ ਬਹੁਤ, ਤੁਹਾਡੇ ਆਸ ਕਰਕੇ ਲੋਕਾਂ ਨੇ ਬੜਾ ਵੱਡਾ ਤੁਹਾਨੂੰ ਮੈਂਡੇਟ ਦਿੱਤਾ ਹੈ ਔਰ ਯਕੀਨ ਵੀ ਕਰਦੇ ਕਿ ਤੁਸੀਂ ਇਹ ਕਾਰਵਾਈ ਕਰੋਗੇ। ਪਰ ਜੇ ਕੋਈ ਤੁਹਾਨੂੰ ਇਨਪੁਟ ਦੇ ਰਿਹਾ ਇਹਦੇ ਪ੍ਰਤੀ, ਉਹ ਗਲਤ ਇਨਪੁਟ ਦੇ ਰਿਹਾ, ਇਹ ਬਹੁਤ ਵੱਡਾ ਨੈਕਸਸ ਹੈ। ਜੇ ਤੁਸੀਂ ਇਹਨੂੰ ਅੱਛੇ ਤਰੀਕੇ ਦੇ ਨਾਲ ਹੈਂਡਲ ਕਰੋਗੇ, ਹੋ ਸਕਦਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਬਚ ਜਾਣ, ਸਾਡੇ ਆਉਣ ਵਾਲੇ ਬੱਚੇ ਇਸ ਦਲਦਲ ਚੋਂ ਨਿਕਲ ਜਾਣ, ਹੋਰ ਨਵੇਂ ਕੋਈ ਗੈਂਗਸਟਰ ਪੈਦਾ ਨਾ ਹੋਣ, ਨਸ਼ਿਆਂ ਦੇ ਸੁਦਾਗਰ ਪੈਦਾ ਨਾ ਹੋਣ। ਤੁਸੀਂ ਕੋਸ਼ਿਸ਼ ਤੇ ਕਰੋ, ਤੁਸੀਂ ਇਹਨਾਂ ਤੇ ਬਲੀਵ ਨਾ ਕਰੋ। ਇਹ ਸਾਡੀਆਂ ਸਰਕਾਰਾਂ 'ਚ ਵੀ ਰਹੇ ਨੇ, ਇਹ ਉਦੋਂ ਵੀ ਲੱਗਦਾ ਹੈ ਕਿ ਇਹ ਸਾਰਾ ਕੁਝ ਹੀ ਠੀਕ ਕਰਨ ਰਹੇ ਨੇ, ਉਦੋਂ ਵੀ ਸਾਡੇ ਬੰਦੇ ਮੰਨਦੇ ਨਹੀਂ ਸੀ ਇਹ ਗੱਲਾਂ। ਬੜੇ ਉਦੋਂ ਵੀ ਕਿਹਾ ਸੀ, ਮੈਂ ਕਿਹਾ ਓਏ ਤੁਹਾਨੂੰ ਇਹਨਾਂ ਨੇ ਹਰਵਾ ਦੇਣਾ ਆ, ਉਹ ਕਹਿੰਦੇ ਨਹੀਂ ਜੀ ਅਸੀਂ ਹਟਣਾ ਹੀ ਨਹੀਂਗਾ।
ਔਰ ਫਿਰ ਪੈਰਲਲ ਸਾਨੂੰ ਦੇਖੋ ਜਨਰਲ ਜਿੰਨਾ ਚਿਰ ਲੋਕਾਂ ਨੂੰ ਇਹ ਮੈਸੇਜ ਨਹੀਂ ਜਾਊਗਾ, ਜਨਰਲ ਲੋਕਾਂ ਨੂੰ ਇਹ ਮਹਿਸੂਸ ਨਹੀਂ ਹੋਊਗਾ ਮੇਰਾ ਕਾਰੋਬਾਰ ਸੇਫ ਹੈ, ਮੇਰੀ ਪ੍ਰਾਪਰਟੀ ਸੇਫ ਹੈ, ਮੇਰਾ ਬੱਚਾ ਸੇਫ ਹੈ, ਉਹਨਾਂ ਚਿਰ ਲੋਕਾਂ ਨੇ ਸਰਕਾਰਾਂ ਤੇ ਯਕੀਨ ਨਹੀਂ ਕਰਨਾ। ਭਾਵੇਂ ਮੈਂ ਕਿਸੇ ਦੇ 200 ਕੰਮ ਕਰਾ ਦਿਆਂ, ਭਾਵੇਂ ਮੈਂ ਸੋਨੇ ਦੀਆਂ ਸੜਕਾਂ ਬਣਾ ਦਿਆਂ, ਜੇ ਉਹਦਾ ਵਪਾਰ ਨਹੀਂ ਸੇਫ, ਉਹਦਾ ਕਾਰੋਬਾਰ ਨਹੀਂ ਸੇਫ, ਉਹਦੇ ਬੱਚੇ ਦਾ ਫਿਊਚਰ ਨਹੀਂ ਸੇਫ, ਉਹ ਕਿਉਂ ਕਰੂਗਾ? ਸੈਂਸ ਆਫ ਸਿਕਿਉਰਿਟੀ ਨਹੀਂ ਰਹਿ ਗਈ। ਦੇਖੋ ਸਭ ਤੋਂ ਵੱਡੀ ਮਾਰ ਪੈਣ ਦੀ ਮੈਂ ਫਿਰ ਉੱਥੇ ਆ ਕੇ ਤੁਹਾਨੂੰ ਟੋਕਦਾ ਵੀ ਇਹ ਸਭ ਕੁਝ ਗਰੀਬ ਜਿਹੜੀ ਜਨਤਾ ਆ ਉਹਨੂੰ ਸਕੰਜੇ 'ਚ ਲਿਆ ਜਾ ਰਿਹਾ, ਸਾਡੇ ਗਰੀਬ ਬੱਚੇ ਭੈਣ ਭਰਾਵਾਂ ਨੂੰ, ਉਹਨਾਂ ਨੂੰ। ਅੱਛਾ, ਉੱਥੋਂ ਹੀ ਇਹ ਸਾਰਾ। ਤੁਸੀਂ ਮੈਨੂੰ ਅੱਜ ਦੱਸ ਦਿਓ ਵੀ ਕੋਈ ਬਹੁਤ ਅਮੀਰ ਘਰ ਦਾ ਬੱਚਾ ਕੋਈ ਵੇਖਿਆ ਵਿਗੜਿਆ ਇਸ ਸਿਸਟਮ ਦੇ ਵਿੱਚ? ਨਹੀਂ, ਪੈਰਲਲ ਬੈਂਕਿੰਗ ਚੱਲ ਰਹੀ ਜੀ। ਮੈਨੂੰ ਬਹੁਤ ਸਾਰੇ ਲੋਕਾਂ ਦੇ ਫੋਨ ਆਉਂਦੇ ਆ, ਕਹਿੰਦੇ ਇੱਕ ਦੜੇ ਸੱਟੇ ਨੇ ਤੇ ਇੱਕ ਪੈਰਲਲ ਜਿਹੜੀ ਉਹ ਵਿਆਜੜੀਆ ਦਾ ਕੰਮ ਜੀ, ਲੱਖ ਦਿੱਤਾ ਤੇ 80,000 ਜੇ ਅੱਜ ਉਹ ਪੈਰਲਲ ਪੂਰੀ ਮੰਡੀ। ਜੇ ਅੱਜ ਇੰਡੀਪੈਂਡੈਂਟ ਇਨਕੁਆਇਰੀ, ਮੈਨੂੰ ਮੁੱਖ ਮੰਤਰੀ ਸਾਹਿਬ ਨੂੰ ਮੈਂ ਕਹੂੰਗਾ ਤੁਹਾਡੇ ਤੇ ਸਾਨੂੰ ਯਕੀਨ ਹੈ, ਇੰਡੀਪੈਂਡੈਂਟ ਇਨਕੁਆਇਰੀ ਜਿੱਦਾਂ ਤੁਸੀਂ ਸਾਡੇ ਮਗਰ ਪਏ ਜੇ ਨਾ ਪੋਲੀਟੀਕਲ ਬੰਦਿਆਂ ਦੇ, ਜੇ ਕਿਤੇ ਇਹਦੇ ਮਗਰ ਪੈ ਕੇ ਤੁਹਾਡੀ ਪੁਲਿਸ ਅਫਸਰ ਇੰਡੀਪੈਂਡੈਂਟ ਇਨਕੁਆਇਰੀ ਕਰਾ ਦੇ ਤੇ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਪ੍ਰਮਾਤਮਾ ਵੀ ਤੁਹਾਨੂੰ ਲੰਮੀ ਉਮਰ ਦਊਗਾ, ਪ੍ਰਮਾਤਮਾ ਤੁਹਾਡੇ ਦੇ ਆਸ਼ੀਰਵਾਦ ਵੀ ਰੱਖੇ, ਔਰ ਤੁਸੀਂ ਸਾਡਾ ਇੱਕ ਕੋਡ ਗਣੋ ਕਿਤੇ ਲਾ ਦਿਓ ਤੇ ਤੁਹਾਨੂੰ ਇਹ ਪਤਾ ਲੱਗ ਜਾਊਗਾ ਕਿ ਕਿੰਨੇ ਪੁਲਿਸ ਅਫਸਰਾਂ ਦੇ ਪੈਸੇ ਵਿਆਜ ਦੇ ਵਿੱਚ ਲਾ ਰਹੇ ਨੇ ਤੇ ਕਿਹੜੇ ਬਿੰਦਿਆਂ ਰਾਹੀਂ ਲੱਗ ਰਹੇ ਨੇ। ਇਹ ਤੁਹਾਨੂੰ ਸਚਾਰੀਆਂ ਗੱਲਾਂ ਬਾਹਰ ਆ ਜਾਣਗੀਆਂ। ਪਰ ਸੀਐਮ ਸਾਹਿਬ ਹੱਥ ਜੋੜ ਕੇ ਬੇਨਤੀ ਹੈ, ਰੱਬ ਦਾ ਵਾਸਤਾ ਹੈ, ਇਹ ਨਗਰੀ ਤੋਂ ਨੂੰ ਬਚਾ ਲਓ। ਜਦੋਂ ਇਹੋ ਜਿਹੀਆਂ ਖਬਰਾਂ ਬਾਹਰ ਲੱਗਦੀਆਂ ਨੇ, ਮੈਂ ਬਾਹਰ ਵੀ ਜਾਂਦੇ ਹੁੰਦੇ ਆ, ਲੋਕ ਡਰਦੇ ਨਹੀਂ ਇੱਧਰ ਆਉਣਾ ਚਾਹੁੰਦੇ। ਸਾਡਾ ਟੂਰਿਸਟ ਸਿਟੀ ਹੈ, ਇਹਦੇ 'ਚ ਨਿੱਕੇ ਤੋਂ ਲੈ ਕੇ ਵੱਡੇ ਨੂੰ ਰੁਜ਼ਗਾਰ ਮਿਲਦਾ ਆ। ਜਦੋਂ ਇਹੋ ਜਿਹੀ ਖਬਰ ਉੱਥੇ ਲੱਗਦੀ, ਕੌਣ ਆਉਂਦਾ ਜੀ ਅੰਮ੍ਰਿਤਸਰ ਲੈਣ? ਲੋਕਾਂ 'ਚ ਸਹਿਮ ਪੈਦਾ ਹੋ ਜਾਂਦਾ ਆ, ਉੱਥੇ ਆਹ ਕੁਝ ਹੋ ਰਿਹਾ। ਤੁਸੀਂ ਇਹ ਪ੍ਰੋਟੈਕਸ਼ਨ ਕਰੋ। ਅਸੀਂ ਪੂਰਨ ਤੌਰ ਤੇ ਸਾਡੀ ਪਾਰਟੀ ਨਾਲ ਆ, ਅਸੀਂ ਪੂਰੇ ਸਾਥ ਦੇਵਾਂਗੇ ਤੁਹਾਡਾ। ਇਹਦੇ ਤੇ ਜਿਹੜੀਆਂ ਵੀ ਕਾਰਵਾਈਆਂ ਵਧੀਆ, ਜੇ ਅਸੀਂ ਆ ਜਾਂ ਸਾਡਾ ਕੋਈ ਬੰਦਾ ਆ, ਬਿਲਕੁਲ ਕਾਰਵਾਈ ਕਰੋ। ਕੋਈ ਅਸੀਂ ਇਹਦੇ ਤੇ ਤੁਹਾਨੂੰ ਇਹ ਨਹੀਂ ਕਹਾਂਗੇ ਵੀ ਮੈਨੂੰ ਗੁਰਜੀਤ ਔਜਲੇ ਜੇ ਮੇਰੀ ਫੋਟੋ ਆਈ ਹੈ ਪਹਿਲੀ ਕਾਰਵਾਈ ਮੇਰੇ ਤੇ ਕਰੋ, ਜਿਹੜਾ ਮੇਜੇ ਕੋ ਮੇਰਾ ਲਿੰਕ ਹੈ। ਔਜਲਾ ਸਾਹਿਬ, ਪੁਲਿਸ ਵਾਲਿਆਂ ਦੇ ਪੈਸੇ ਸਾਰੇ ਵਿਆਜੜੀਆਂ ਨੇ ਆਪਣੇ ਥਰੂ ਲੋਕਾਂ ਚਲਾਏ ਆ, ਫਿਰ ਤੇ ਬੇੜਾ ਗਰਕਿਆ ਹੀ ਆ। ਮੈਂ ਫੇਰ ਕਹਿੰਦਾ ਜੇ ਇਨਕੁਆਇਰੀ ਕਰਨਗੇ ਤੇ ਸਭ ਚੀਜ਼ਾਂ ਇਹੋ ਜਿਹੀਆਂ ਬਹੁਤ ਬਾਹਰ ਆਉਣਗੀਆਂ। ਅੱਛਾ, ਹੋ ਸਕਦਾ ਕਿ ਪੋਲੀਟੀਕਲ ਬੰਦੇ ਦੇ ਵੀ ਲੱਗੇ ਹੋਣ, ਮੇਰੇ ਵੀ ਲੱਗੇ ਹੋਣ। ਔਜਲਾ ਸਾਹਿਬ, ਪਾਸਪੋਰਟ ਅਫਸਰ ਇੱਕ ਪਾਸਪੋਰਟ ਨਹੀਂ ਬਣਾਉਂਦਾ ਤੇ ਤੁਸੀਂ ਪਾਸਪੋਰਟ ਅਫਸਰ ਦੇ ਬਾਹਰ ਜਾ ਕੇ ਜਿਹੜਾ ਧਰਨਾ ਦੇ ਦਿੰਦੇ ਹੋ। ਐਡਾ ਵੱਡਾ ਮਸਲਾ ਹੈ, ਸਾਡੀਆਂ ਆਉਣ ਵਾਲੀਆਂ ਨਸਲਾਂ ਬਰਬਾਦ ਹੋ ਰਹੀਆਂ। ਮੌਜੂਦਾ ਹਾਲਾਤ, ਲੋਕ ਡਰੇ ਹੋਏ ਨੇ, ਲੋਕਾਂ ਨੂੰ ਵਿਸ਼ਵਾਸ ਨਹੀਂ ਰਹਿ ਗਿਆ। ਲੋਕ ਉਹ ਡਰਦੇ ਹੀ, ਪਹਿਲੀ ਗੱਲ, ਅੱਗੇ ਲੋਕ ਤਾਂ ਥਾਣੇ ਨਹੀਂ ਜਾਂਦੇ ਵੀ ਸਾਡੀ ਸੁਣਾਈ ਨਹੀਂ ਹੋਣੀ, ਤੇ ਜਾਂਦੇ ਆ ਤੇ ਉਹਨਾਂ ਨੂੰ ਇਹ ਗੈਂਗਸਟਰ ਦੜਾ ਸੱਟਾ ਕਾਰੋਬਾਰੀ ਡਰਾਉਂਦੇ ਆ ਕਿ ਸਾਡੇ ਨਾਲ ਸਮਝੌਤਾ ਕਰ ਲਾ। ਉਹ ਨਹੀਂ ਕਰਦਾ ਤੇ ਪੁਲਿਸ ਦੇ ਥਰੂ ਦਬਾਅ ਪਾਉਂਦੇ ਆ, ਤੇ ਬੰਦਾ ਜਾਏ ਤੇ ਜਾਏ ਕਿੱਥੇ, ਕਰੇਗੀ ਕੀ? ਤੁਸੀਂ ਮੈਂ ਫਿਰ ਆਪਣੇ ਸਵਾਲ ਤੇ ਆ ਰਿਹਾ ਵੀ ਪਾਸਪੋਰਟ ਜ਼ਿਆਦਾ ਇੰਪੋਰਟੈਂਟ ਕਿ ਇਹ ਚੀਜ਼ ਜ਼ਿਆਦਾ ਇੰਪੋਰਟੈਂਟ? ਮੈਂ ਦੱਸਣ ਲੱਗਾ ਤੁਹਾਨੂੰ। ਦੇਖੋ ਦੀਪਕ ਜੀ, ਜਾਂ ਦੇ ਸ਼ੁਰੂ ਤੋਂ ਮੇਰੀ ਕਾਰਜਸ਼ੈਲੀ ਵੇਖ ਲਓ ਕਿ ਮੈਨੂੰ ਇਹ ਦੱਸ ਦਿਓ ਕਿ ਮੇਰਾ ਕੀ ਨਹੀਂ ਇਹਦੇ ਪ੍ਰਤੀ ਦਰਦ ਹੈਗਾ ਜੀ। ਪਾਸਪੋਰਟ ਦਾ ਇਸ ਕਰਕੇ ਉਦੋਂ ਤਾਜ਼ਾ ਹੋ ਗਿਆ ਸੀ ਕਿਉਂਕਿ ਪਾਸਪੋਰਟ ਦੇ ਜਿਹੜਾ ਇੱਥੇ ਕੋਈ ਸੁਣਨ ਵਾਲਾ ਹੈ ਨਹੀਂਗਾ। ਦਿੱਲੀ ਤੱਕ ਆਵਾਜ਼ ਪਹੁੰਚਾਉਣੀ ਬੜੀ ਔਖੀ ਹੋ ਜਾਂਦੀ ਆ। ਮੈਂ ਫੇਰ ਕਹਿੰਦਾ ਕਿ ਇਹਦੇ 3-4 ਤੇ ਐਮਐਲਏ ਰੋਣ ਦੇ ਮੈਂ ਵੇਖੇ ਵਿਚਾਰੇ ਜਿਹੜੇ ਮੀਡੀਆ ਦੇ ਤੁਹਾਡੇ ਸਾਹਮਣੇ ਆ ਜੀ। ਮੈਂਬਰ ਪਾਰਲੀਮੈਂਟ ਦਾ ਇੱਥੋਂ ਦਾ ਰੌਲਾ ਪਾ ਰਿਹਾ, ਕਿਸੇ ਬੰਦੇ ਨੂੰ ਉਠਾ ਕੇ ਵੇਖ ਲਓ, ਸਾਰੇ ਰੌਲਾ ਪਾ ਰਹੇ। ਚੰਗੇ ਪੁਲਿਸ ਅਫਸਰ ਚੀਕਾਂ ਮਾਰਨ ਡਏ ਨੇ। ਤੇ ਕਮਜ਼ੋਰੀ ਕਿਸ ਗੱਲ ਦੀ ਹੈ? ਕਿਹਦੀ? ਆਪਾਂ ਕਿਹਨੂੰ ਵੇਖਣ ਡਏ ਆ? ਕੀ ਕੋਈ ਆਪਾਂ ਕਿਸੇ ਦੇ ਕਾਣੇ? ਕਮਜ਼ੋਰੀ ਕਿਸ ਗੱਲ ਦੀ ਹੈ? ਮੈਨੂੰ ਤਾਂ ਇੱਕੋ ਗੱਲ ਦਾ ਸਮਝ ਨਹੀਂ ਆਉਂਦੀ। ਵੇਖੋ, ਕੋਈ ਗੱਲ ਨਹੀਂ, ਕੋਈ ਇਹਨੂੰ ਡਰਨ ਦੀ ਲੋੜ ਨਹੀਂ ਕਿ ਅਸੀਂ ਸਾਰਾ ਤੰਤਰ ਠੀਕ ਹੈ, ਇੱਥੇ ਗੁਰੂ ਨਗਰੀ 'ਚ ਸਭ ਲੋਕ ਅਸੀਂ ਬੈਠੇ ਆ, ਪਰਵਾਹ ਨਹੀਂ ਕਰਨ ਦੀ ਲੋੜ। ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ, ਕੋਈ ਗੱਲ ਨਹੀਂ, ਨਿਆਂ ਮਿਲਣਗੇ। ਕਈ ਵਾਰੀ ਸ਼ਾਇਦ ਇਸ ਸੰਘਰਸ਼ 'ਚੋਂ ਕੋਈ ਚੰਗਾ ਹੋਣਾ ਹੋਊਗਾ, ਸ਼ਾਇਦ ਇਹ ਸੰਘਰਸ਼ ਕਰਕੇ ਜਿਹੜੇ ਸਾਡੇ ਬੱਚੇ ਜਿਹੜੇ ਆਉਣ ਵਾਲੇ ਉਹਨਾਂ ਨੂੰ ਬਚਣਾ ਹੋਊਗਾ, ਕਿਉਂਕਿ ਇਹ ਇੱਕ ਬੜਾ ਵੱਡਾ ਨੈਕਸਸ ਸੀ। ਇਹਦੇ ਵਾਸਤੇ ਕੋਈ ਲੰਬਾ ਸੰਘਰਸ਼ ਉਲੀਕਣਾ ਸ਼ਾਇਦ ਸਾਨੂੰ ਪਵੇ ਤੇ ਲਿਖਾਂਗੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ। ਪਰ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਕਿ ਜੇ ਤੁਸੀਂ ਆਪਣੇ ਐਮਐਲਏ ਦੀ ਵੀ ਨਹੀਂ ਸੁਣੋਗੇ, ਮੈਂਬਰ ਪਾਰਲੀਮੈਂਟ ਦੀ ਵੀ ਨਹੀਂ ਸੁਣੋਗੇ ਤੇ ਇੱਕ ਮਿੱਟੀ ਪਾਓਗੇ ਅੱਖਾਂ 'ਚ, ਤੁਹਾਨੂੰ ਮੈਂ ਫੇਰ ਕਹਿਣਾ ਚਾਹੁੰਦਾ ਕਿ ਤੁਹਾਡੇ ਆਲੇ ਦੁਆਲੇ ਅਫਸਰਾਂ ਨੇ ਤਾਣਾ ਬਾਣਾ ਇਹੋ ਜਿਹਾ ਬੁਣਤਾ ਆ, ਜਿਹੋ ਜਿਹਾ ਕੈਪਟਨ ਅਮਰਿੰਦਰ ਸਿੰਘ ਦੁਆਲੇ ਬੁਣਿਆ ਗਿਆ। ਉਹਨਾਂ ਨੇ ਤੁਹਾਨੂੰ ਕਹਿਣਾ ਆ ਇੱਥੇ ਸਭ ਕੁਝ ਠੀਕ ਹੈ ਜੀ, ਉਹਨਾਂ ਨੇ ਤੁਹਾਨੂੰ ਸਭ ਕੁਝ ਗੱਲੀ ਬਾਤੀ ਠੀਕ ਕਰ ਦੇਣਾ। ਜੇ ਤੁਸੀਂ ਆਪਣਾ ਕੋਈ ਸੱਜਣ ਮਿੱਤਰ ਭੇਜੋ, ਅੰਮ੍ਰਿਤਸਰ ਦੀ ਸਾਰ ਲਓ, ਕੋਈ ਅੰਦਰ ਖਾਤੇ ਆ ਕੇ ਪਤਾ ਕਰੋ ਵੀ ਕਿਹੜਾ ਅਫਸਰ ਇਨਵੋਲਵ ਹੈ, ਤੁਹਾਨੂੰ ਸਾਰਾ ਕੁਝ ਲੋਕ ਤੋਤੇ ਵਾਂਗੂ ਰਟਣਗੇ। ਇੱਥੇ ਆ ਕੇ ਪਤਾ ਤੇ ਕਰੋ। ਪਰ ਤੁਸੀਂ ਜਦੋਂ ਇਹਨਾਂ ਤੇ ਸਾਰਾ ਕੁਝ ਛੱਡ ਦਿਓਗੇ ਵੀ ਨਹੀਂ ਜੀ ਇਹਨਾਂ ਕਹਿੰਦੇ ਸਿੱਟ ਬਣਾਤੀ, ਸਰ ਹੋ ਗਿਆ ਜੀ, ਸਰ ਓਕੇ ਜੀ, ਸਰ ਫਿਨਿਸ਼ ਜੀ, ਸਰ ਉਹਦੇ ਕੋਈ ਗਵਾਹ ਨਹੀਂ ਲੱਭਾ ਜੀ, ਕਿਉਂਕਿ ਇਹਨਾਂ ਨੇ ਮਿੱਟੀ ਪਾਉਣੀ ਹੈ। ਜੇ ਮਿੱਟੀ ਨਹੀਂ ਪਾਉਣਗੇ, ਇਹਨਾਂ ਦੀਆਂ ਆਪਣੀਆਂ ਨੌਕਰੀਆਂ ਜਾਣੀਆਂ ਨੇ। ਸੋ ਮੈਂ ਸੀਐਮ ਸਾਹਿਬ ਦੀ ਮੇਰੀ ਇੱਕ ਹੀ ਬੇਨਤੀ ਹੈ ਕਿ ਤੁਸੀਂ ਇਸ ਵੇਲੇ ਬੜੀ ਵੱਡੀ ਸਮੱਸਿਆ ਗੁਰੂ ਨਗਰੀ ਦੀ, ਇਸ ਵੇਲੇ ਲੋਕ ਵੇਖਣ ਡਏ ਨੇ ਅਸੀਂ ਲੋਕ ਕੀ ਕਰ ਰਹੇ ਹਾਂ। ਲੋਕ ਸਾਡੇ ਚਿਹਰਿਆਂ ਵੱਲ ਵੇਖ ਰਹੇ ਨੇ ਕਿ ਸਾਡੀ ਐਕਟ ਕੀ ਹੈ। ਪਬਲਿਕ ਵੇਖਣ ਡਈ ਹੈ ਕਿਉਂਕਿ ਅੰਮ੍ਰਿਤਸਰ ਸਾਰਾ ਦੜਾ ਸੱਟਾ ਨਹੀਂ ਕਰਦਾ, ਇਹ ਚੰਦ ਲੋਕ ਨੇ। ਪਰੇਸ਼ਾਨ ਅੰਮ੍ਰਿਤਸਰ ਸਾਰੇ ਨੂੰ ਇਸ ਗੱਲ ਦੀ ਹੈ ਕਿ ਜਿਹੜਾ ਬੱਚਾ ਇਸ ਵਹਿਣ 'ਚ ਵਹਿ ਜਾਂਦਾ ਆ,
ਉਹ ਫਿਰ ਇਲੀਗਲ ਕ੍ਰਾਈਮ ਕਰਦਾ, ਚੇਨੀ ਲਾਉਂਦਾ, ਮੋਟਰਸਾਈਕਲ ਖੋਂਦਾ, ਉਹ ਸਾਰੇ ਇਹ ਚੀਜ਼ਾਂ ਉਹਦੀ ਜੜ ਨੇ। ਫਿਰ ਨਸ਼ਿਆਂ ਵੱਲ ਲੱਗ ਜਾਂਦਾ। ਉਹ ਫਿਰ ਆਮ ਬੰਦੇ ਨੂੰ ਵੀ ਪ੍ਰਭਾਵਿਤ ਕਰਦੇ ਨੇ। ਉਹਦਾ ਮਾਂ-ਬਾਪ ਤੇ ਵਿਚਾਰਾ ਰੋਂਦਾ ਹੀ ਰੋਂਦਾ, ਉਹ ਤੇ ਪਰੇਸ਼ਾਨ ਹੈਗਾ ਹੀ ਹੈਗਾ ਆ, ਪਰ ਉਹ ਫਿਰ ਸਾਰਾ ਕੁਝ ਹੀ ਇਹਦੇ ਮਤਲਬ ਪਰੇਸ਼ਾਨੀ ਦਾ ਕਾਰਨ ਬਣਦਾ। ਔਰ ਦੂਸਰਾ, ਆਪਣੇ ਜਿਹੜੇ ਸੈਂਟਰ ਨੇ ਉਹਨੂੰ ਐਕਟਿਵ ਕਰੋ, ਇੱਕ ਆਪਣੀ ਟੀਮ ਬਣਾ ਕੇ, ਇੱਕ ਨਾਨ ਪੋਲੀਟੀਕਲ ਟੀਮ ਬਣਾ ਕੇ ਭੇਜੋ। ਉਹ ਵੇਖੇ ਇੱਥੇ ਆ ਕੇ, ਇੱਕ ਐਕਸਪਰਟ ਬੰਦਿਆਂ ਦੀ, ਜਿਹੜੇ ਐਕਸ ਸਰਵਿਸਮੈਨ ਜੱਜ ਰੱਖੋ, ਤੁਸੀਂ ਹਾਈ ਕੋਰਟ ਦੇ ਜੱਜ ਨੂੰ ਲਿਆਓ ਵਿੱਚ, ਇੱਥੇ ਬਿਠਾਓ ਅੰਮ੍ਰਿਤਸਰ, ਉਹਨਾਂ ਨੂੰ ਆ ਕੇ ਵੇਖਣ ਕਿ ਅੰਮ੍ਰਿਤਸਰ ਦੇ ਹਾਲਾਤ ਕੀ, ਇਕੱਲੇ ਬੰਦੇ ਨੂੰ ਪੁੱਛਣ, ਤਾਂ ਕਿ ਤੁਹਾਨੂੰ ਪਤਾ ਲੱਗ ਸਕੇ। ਦੇਖੋ, ਜੇ ਤੁਸੀਂ ਇਹਨਾਂ ਤੋਂ ਇਨਪੁੱਟ ਲੈਂਦੇ ਰਹੇ, ਇਹਨਾਂ ਨੇ ਇਨਪੁੱਟ ਉਹੀ ਦੇਣੀਆਂ ਨੇ ਜਿਹੜੇ ਸਾਡੇ ਉਦੋਂ ਦੇ ਉੱਚ ਅਫਸਰ ਬੈਠੇ ਰਾਜਜੀਤ ਬਾਰੇ ਦਿੰਦੇ ਹੁੰਦੇ ਸੀ। ਉਹੋ ਜਿਹੇ ਅਫਸਰਾਂ ਨੇ ਉਹੋ ਜਿਹੀ ਇਨਪੁੱਟ ਤੁਹਾਨੂੰ ਦੇਣੀਆਂ ਨੇ। ਇਹਨਾਂ ਤੋਂ ਤੁਹਾਡਾ ਕੀ ਮੰਨਿਆ? ਜਿਹੜਾ ਵੀ ਇਹਨਾਂ ਕੋਲ ਸਿਸਟਮ ਹੈ, ਸਰਕਾਰ ਨਾਲ ਰਲੇ ਹੈ, ਛੱਡੋ ਜੀ। ਜਿਹੜੀ ਸਰਕਾਰ ਸੀਐਮ ਨੂੰ ਸਮਝਾਉਂਦੀ ਹੈ ਵੀ ਕੀ ਗਲਤ ਹੈ ਤੇ ਕੀ ਠੀਕ ਹੈ, ਉਹ ਸਿਸਟਮ ਉੱਥੇ ਉਦਾਂ ਦਾ ਹੁੰਦਾ ਚੰਡੀਗੜ੍ਹ। ਜਿੰਨਾ ਰਾਜੀਤ ਨੂੰ ਪ੍ਰੋਟੈਕਟ ਕੀਤਾ ਸੀ, ਤੇ ਇੱਥੇ ਵੀ ਉਹੋ ਜਿਹੇ ਹੈਗੇ ਹੀ ਨੇ, ਕਿਹੜੇ ਚਲੇ ਗਏ ਨੇ। ਅੱਛਾ ਔਜਲਾ ਸਾਹਿਬ, ਕੀ ਤੁਸੀਂ ਚਿੱਠੀ ਲਿਖੀ, ਜਵਾਬ ਨਹੀਂ ਦਿੱਤਾ? ਲਾਸਟ ਸਵਾਲ ਹੈ ਮੇਰਾ, ਕੀ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੋਈ ਦੁਬਾਰਾ ਚਿੱਠੀ ਲਿਖੋਗੇ, ਜਾਂ ਫਿਰ ਤੁਸੀਂ ਕੋਈ ਸੰਘਰਸ਼ ਉਲੀਕੋਗੇ? ਤੇ ਕੀ ਤੁਹਾਡੀ ਅਗਲੀ, ਤਾਂ ਕਿ ਜਿੰਨਾ ਚਿਰ ਤੱਕ ਇਹ ਗੱਲ ਸਿਰੇ ਤੱਕ ਨਹੀਂ ਲੱਗਦੀ, ਹਰ ਤਰ੍ਹਾਂ ਦਾ ਪ੍ਰੋਗਰਾਮ ਉਲੀਕਿਆ ਵੀ ਜਾਏਗਾ, ਹਰ ਤਰ੍ਹਾਂ ਦਾ ਸੰਘਰਸ਼ ਕੀਤਾ ਵੀ ਜਾਏਗਾ, ਚਿੱਠੀਆਂ ਵੀ ਲਿਖੀਆਂ ਜਾਣਗੀਆਂ, ਜਿੱਥੋਂ ਤੱਕ ਜਾਣਾ ਪਿਆ ਜਾਵਾਂਗੇ। ਕਿਉਂਕਿ ਇਹ ਮਸਲਾ ਸਾਡੇ ਘਰਾਂ ਦਾ ਨਹੀਂ ਗਾ ਇਕੱਲਿਆਂ ਦਾ, ਇਹ ਮਸਲਾ ਸਾਡੀਆਂ ਆਉਣ ਵਾਲੀਆਂ ਨਸਲਾਂ ਦਾ ਹੈ। ਨਸਲ ਮੀਨਜ਼ ਜਿਹੜੀਆਂ ਨਸਲਾਂ ਇੱਥੋਂ ਪੈਦਾ ਹੋਣੀਆਂ ਨੇ ਗੁਰੂ ਨਗਰੀ ਚੋਂ, ਹਰ ਘਰ 'ਚ ਜੇ ਅੱਜ ਬੱਚਾ ਜਨਮ ਲੈ ਰਿਹਾ, ਉਹਦੇ ਫਿਊਚਰ ਦੀ ਲੜਾਈ ਹੈ। ਹਰ ਬੱਚਾ ਜਿਹੜਾ ਅੱਜ ਚੌਥੀ ਪੰਜਵੀਂ 'ਚ ਪੜ੍ਹ ਰਿਹਾ, 10ਵੀਂ 'ਚ 6ਵੀਂ 'ਚ ਪੜ੍ਹ ਰਿਹਾ, ਉਹਦੇ ਫਿਊਚਰ ਦੀ ਲੜਾਈ ਆ। ਖਾਸ ਕਰ ਜਿਹੜੇ ਸਰਕਾਰੀ ਸਕੂਲਾਂ 'ਚ ਬੱਚੇ ਪੜ੍ਹ ਰਹੇ ਆ, ਉਹਨਾਂ ਦੇ ਫਿਊਚਰ ਦੀ ਲੜਾਈ, ਕਿਉਂਕਿ ਇਹਦੀ ਟਾਰਗੇਟ ਉਹਨਾਂ ਨੂੰ ਕੀਤਾ ਜਾਂਦਾ ਹੈ। ਉਹ ਸੌਖੇ ਉਹਨਾਂ ਨੂੰ ਸੌਖੇ ਦਿੱਤਾ ਜਾਂਦਾ ਹੈ। ਚਲੋ, ਧੰਨਵਾਦ ਸਾਡੇ ਨਾਲ ਗੱਲ ਕਰਨੀ। ਉਮੀਦ ਕਰਦੇ ਹਾਂ ਕਿ ਸਾਡੀ ਗੱਲ ਜ਼ਰੂਰ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚੇਗੀ। ਇਹ ਸਨ ਗੁਰਜੀਤ ਸਿੰਘ ਔਜਲਾ। ਦੇਖੋ, ਸਪਸ਼ਟ ਤੌਰ ਤੇ ਕਹਿ ਰਹੇ ਨੇ, ਅੰਮ੍ਰਿਤਸਰ ਦੇ ਵਿੱਚ ਪੁਲਿਸ ਅਫਸਰਾਂ ਦਾ, ਕੁਝ ਲੀਡਰਾਂ ਦਾ ਗੈਂਗਸਟਰ ਤੇ ਦੜਾ ਸੱਟਾ ਕਾਰੋਬਾਰੀਆਂ ਦਾ ਇੱਕ ਨੈਕਸਸ ਬਣ ਗਿਆ। ਲੋਕ ਡਰੇ ਹੋਏ ਨੇ, ਸੈਂਸ ਆਫ ਸਿਕਿਉਰਿਟੀ ਨਹੀਂ ਰਹਿ ਗਈ। ਇਸ ਤੋਂ ਪਹਿਲਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੀ ਇਹ ਆਖਿਆ ਸੀ ਕਿ ਲੋਕ 80,000 ਪੁਲਿਸ ਦੇ ਵਿੱਚ ਸਿਰਫ 0.5% ਲੋਕ ਨੇ ਜਿਹੜੇ ਕਿ ਪੁਲਿਸ ਨੂੰ ਖਰਾਬ ਕਰ ਰਹੇ ਨੇ। ਪੁਲਿਸ ਦੇ ਵਿੱਚ ਇਮਾਨਦਾਰ ਅਫਸਰਾਂ ਦੀ ਕੋਈ ਕਮੀ ਨਹੀਂ। ਇਹਨਾਂ ਨੇ ਫਿਲਹਾਲ ਤੇ ਨਹੀਂ ਦੱਸਿਆ ਵੀ ਕਿਹੜਾ ਉਹ ਰਾਜਨੀਤਿਕ ਅਫਸਰ ਹੈ ਜਿਹੜਾ ਇਸ ਵੇਲੇ ਦੜਾ ਸੱਟਾ ਕਾਰੋਬਾਰੀਆਂ ਨੂੰ ਤੇ ਗੈਂਗਸਟਰਾਂ ਨੂੰ ਜਿਹੜਾ ਸੰਰਕਸ਼ਣ ਦੇ ਰਿਹਾ। ਪਰ ਜਦੋਂ ਇਹ ਆਪਸ 'ਚ ਰਲ ਜਾਣਗੇ, ਚੋਰ ਕੁੱਤੀ ਰਲ ਜਾਣਗੇ, ਫਿਰ ਤੇ ਇਸ ਦੇਸ਼ ਦਾ ਰੱਬ ਹੀ ਰਾਖਾ। ਸਾਡੀ ਆਪਣੇ ਦਰਸ਼ਕਾਂ ਨੂੰ ਵੀ ਇਹ ਅਪੀਲ ਆ ਕਿ ਕਿਤੇ ਵੀ ਗਲਤ ਕੰਮ ਹੁੰਦਾ, ਆਵਾਜ਼ ਚੁੱਕੋ। ਰੱਬ ਨੇ ਮੂੰਹ ਦਿੱਤਾ ਬੋਲਣ ਵਾਸਤੇ, ਆਪਣੇ ਲਈ ਬੋਲਣਾ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਬੋਲੋ, ਇਸ ਗੁਰੂ ਦੀ ਨਗਰੀ ਲਈ ਬੋਲੋ। ਆਜ਼ਾਦ ਮੁਲਕ ਦੇ ਤੁਸੀਂ ਆਜ਼ਾਦ ਸ਼ਹਿਰੀ ਹੋ। ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਸਾਡੇ ਵੱਲੋਂ ਹੱਥ ਬੰਨ੍ਹ ਕੇ ਅਪੀਲ ਆ ਕਿ ਲੋਕਾਂ ਨੇ ਦੁਖੀ ਹੋ ਕੇ, ਤੰਗ ਆ ਕੇ ਦੂਜੀਆਂ ਪਾਰਟੀਆਂ ਨੂੰ ਕਿਨਾਰੇ ਕੀਤਾ ਤੇ ਆਮ ਆਦਮੀ ਪਾਰਟੀ ਦੇ ਉਹ ਲੋਕ ਜਿਤਾ ਦਿੱਤੇ ਜਿਨ੍ਹਾਂ ਨੂੰ ਕੋਈ ਜਾਣਦਾ ਵੀ ਨਹੀਂ ਸੀ, ਜਿਹੜੇ ਕਿ ਛੋਟੇ-ਛੋਟੇ ਕੰਮ ਕਿਰਤ ਕਰਦੇ ਸਨ। ਪਰ ਜੇ ਹਾਲਾਤ ਹਜੇ ਵੀ ਨਹੀਂ ਬਦਲੇ ਤੇ ਫਿਰ ਤੇ ਇਸ ਮੁਲਕ ਦਾ ਰੱਬ ਹੀ ਰਾਖਾ। ਸਾਨੂੰ ਦਿਓ ਇਜਾਜ਼ਤ। ਅੰਮ੍ਰਿਤਸਰ ਤੋਂ D4 ਦੀਪਕ ਭੰਡਾਰੀ ਦੀ ਖਾਸ ਰਿਪੋਰਟ।